ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਲਈ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗ ਜਾਣ। ਧੰਨ ਗੁਰੂ ਨਾਨਕ ਸਾਹਿਬ ਜੀ ਅੰਮ੍ਰਿਤਮਈ ਬਾਣੀ ਜਪਜੀ ਸਾਹਿਬ ਵਿੱਚੋਂ ਅੱਜ ਦੇ ਅੰਮ੍ਰਿਤਮਈ ਬਚਨਾਂ ਦੇ ਰਾਹੀਂ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਜਪ ਜੀ ਸਾਹਿਬ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਨਿਤਨੇਮ ਦੇ ਰੂਪ ਵਿੱਚ ਜੋ ਹਰ ਗੁਰੂ ਕਾ ਪਿਆਰਾ, ਗੁਰੂ ਕਾ ਸਿੱਖ ਜਪਜੀ ਸਾਹਿਬ ਜੀ ਦੀ ਬਾਣੀ ਦਾ ਅਭਿਆਸ ਕਰਦਾ ਹੈ। ਜਪਜੀ ਸਾਹਿਬ ਦੀ ਬਾਣੀ ਜੋ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤੀ, ਜਿਸ ਵਿੱਚੋਂ ਅੱਜ ਆਪ ਜੀ ਨੇ 22ਵੀਂ ਪੌੜੀ ਦਾ ਪਾਠ ਸਰਵਣ ਕੀਤਾ, ਜਿਹਦੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਸਾਨੂੰ ਬ੍ਰਹਮ ਗਿਆਨ ਦੀ ਸੋਝੀ ਕਰਵਾਉਂਦਿਆਂ ਹੋਇਆਂ ਇਸ ਬ੍ਰਹਿਮੰਡ ਬਾਰੇ ਦੱਸਦੇ ਨੇ ਕਿ ਉਸ ਕਰਤੇ ਨੇ, ਕਾਦਰ ਨੇ ਜੋ ਇਸ ਕੁਦਰਤ ਨੂੰ ਸਾਜਿਆ ਹੈ। ਇਸ ਕੁਦਰਤ ਦੇ ਵਿੱਚ ਉਹਦਾ ਆਕਾਰ ਕਿੰਨਾ ਕੁ ਵਿਸ਼ਾਲ ਰੂਪ ਵਿੱਚ ਹੈ, ਜਿਹਦਾ ਅੰਤ ਅੱਜ ਤੱਕ ਵੀ ਕੋਈ ਨਹੀਂ ਪਾ ਸਕਿਆ ਤੇ ਨਾ ਹੀ ਇਹਦਾ ਕੋਈ ਅੰਤ ਪਾ ਸਕਦਾ ਹੈ। ਅੱਜ ਤੱਕ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਸਾਇੰਸਦਾਨ ਆਏ, ਵਿਗਿਆਨੀ ਆਏ, ਉਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕਰਕੇ ਇਸ ਕੁਦਰਤ ਨੂੰ ਸਮਝਣ ਦਾ ਯਤਨ ਕੀਤਾ ਕਿ ਅਸੀਂ ਵਿਗਿਆਨ ਦੇ ਰਾਹੀਂ ਇਸ ਕੁਦਰਤ ਨੂੰ ਜਾਣਨ ਦਾ ਯਤਨ ਕਰੀਏ ਔਰ ਇਹਦਾ ਅੰਤ ਜਿਹੜਾ ਹੈ ਉਹ ਪਾ ਕੇ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਅਸੀਂ ਇਸ ਕੁਦਰਤ ਦਾ ਅੰਤ ਪਾ ਲਿਆ ਹੈ। ਪਰ ਹੈਰਾਨੀ ਵਾਲੀ ਗੱਲ ਇਹ ਕਿ ਜਿੰਨਾ ਵਿਗਿਆਨ ਅੱਗੇ ਚੱਲਦਾ ਗਿਆ, ਧਰਤੀ ਤੋਂ ਆਸਮਾਨ ਤੱਕ ਪਹੁੰਚ ਗਿਆ, ਪਰ ਜਿੰਨਾ ਇਹ ਕਦਮ ਅੱਗੇ ਵਿਗਿਆਨ ਚੱਲਦਾ ਗਿਆ, ਇਹਦੇ ਸਾਹਮਣੇ ਹੋਰ ਕਈ ਰਸਤੇ ਬਣਦੇ ਗਏ। ਇੱਕ ਰਸਤੇ ਤੇ ਤੁਰਿਆ, ਅੱਗੋਂ 4 ਰਸਤੇ ਬਣ ਗਏ, 4 ਨੂੰ ਜਾਣਿਆ ਤੇ ਅੱਗੇ 10 ਰਸਤੇ ਬਣ ਗਏ, 10 ਨੂੰ ਜਾਣਿਆ ਅੱਗੋਂ 50 ਬਣ ਗਏ। ਜਿਵੇਂ ਅਸੀਂ ਪਹਾੜ ਦੇ ਵਿੱਚ ਜਦੋਂ ਅਸੀਂ ਪ੍ਰਵੇਸ਼ ਕਰੀਏ ਨਾ ਪਹਾੜੀ ਰਸਤੇ ਵਿੱਚ, ਤੇ ਅਸੀਂ ਸੋਚਦੇ ਹਾਂ ਵੀ ਬਸ ਇੰਨਾ ਕੁ ਹੀ ਪਹਾੜੀ ਹੈ, ਪਰ ਪਤਾ ਉਦੋਂ ਲੱਗਦਾ ਹੈ ਜਦੋਂ ਉਸ ਪਹਾੜੀ ਰਸਤੇ ਦੇ ਵਿੱਚੋਂ ਦੀ ਗੁਜ਼ਰਦੇ ਹਾਂ ਤੇ ਇੱਕ ਤੋਂ ਇੱਕ ਪਹਾੜ ਅੱਗੇ ਤੋਂ ਅੱਗੇ ਨਜ਼ਰ ਆਉਂਦਾ ਹੈ।
ਤੇ ਜਦੋਂ ਅਸੀਂ ਉਹਨਾਂ ਪਹਾੜਾਂ ਦੇ ਵਿਚਕਾਰ ਚਲੇ ਜਾਂਦੇ ਹਾਂ ਤੇ ਚਾਰ ਚਫੇਰੇ ਪਹਾੜੀਆਂ ਉੱਚੀ ਉੱਚੀ ਨਜ਼ਰ ਆਉਂਦੀਆਂ, ਤੇ ਕਈ ਵਾਰ ਬੰਦਾ ਕਹਿੰਦਾ ਵੀ ਇਹ ਮੁੱਕਣ ਤੇ ਹੀ ਨਹੀਂ ਆ ਰਹੀਆਂ। ਵੀ ਜਦੋਂ ਇਹਨਾਂ ਪਹਾੜੀਆਂ ਦੇ ਵਿੱਚ ਪ੍ਰਵੇਸ਼ ਕਰਨਾ ਸੀ ਉਦੋਂ ਸੋਚਿਆ ਵੀ ਇੱਥੇ ਚਾਰ ਕੋਈ ਪਹਾੜੀਆਂ ਨੇ, ਪਰ ਜਦੋਂ ਉਹਦੇ ਵਿੱਚ ਪ੍ਰਵੇਸ਼ ਕੀਤਾ ਤੇ ਪਤਾ ਲੱਗਾ ਨਹੀਂ, ਇੱਕ ਨਹੀਂ, ਇੱਥੇ ਤੇ ਹਜ਼ਾਰਾਂ ਹੀ ਨੇ। ਇਸੇ ਤਰ੍ਹਾਂ ਜਦੋਂ ਅਸੀਂ ਇਸ ਕਰਤੇ ਦੀ ਕੁਦਰਤ ਨੂੰ ਸਮਝਣ ਜਾਣਨ ਦਾ ਯਤਨ ਕੀਤਾ ਤੇ ਕਈ ਰਸਤੇ ਅੱਗੇ ਹੋਰ ਬਣਦੇ ਗਏ, ਭਾਵ ਉਹਦਾ ਅੰਤ ਨਹੀਂ ਲੱਭਾ, ਉਹਦਾ ਕੋਈ ਅਖੀਰ ਜਿਹੜਾ ਸੀ ਉਹ ਨਹੀਂ ਲੱਭਿਆ। ਇੱਕ ਗ੍ਰਹਿ ਤੋਂ ਦੂਸਰੇ, ਦੂਸਰੇ ਤੋਂ ਤੀਸਰੇ, ਤੀਸਰੇ ਤੋਂ ਚੌਥੇ, ਪਰ ਇਸ ਕੁਦਰਤ ਦਾ ਅੰਤ ਨਹੀਂ। ਤੇ ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਜੇ ਕੁਦਰਤ ਦਾ ਅੰਤ ਨਹੀਂ ਤੇ ਕਾਦਰ ਦਾ ਅੰਤ ਕਿਵੇਂ ਪੈ ਜਾਏਗਾ। ਜੇ ਇਸ ਸੰਸਾਰ ਦਾ ਹੀ ਅੰਤ ਨਹੀਂ ਹੈ ਤੇ ਫਿਰ ਨਿਰੰਕਾਰ ਦਾ ਅੰਤ ਕਿੱਥੋਂ ਹੈ। ਇਹੀ ਕਾਰਨ ਸੀ ਕਿ ਜਿਹਦਾ ਅੰਤ ਨਹੀਂ ਉਹਦੀ ਸਥਾਪਨਾ ਵੀ ਨਹੀਂ ਕੀਤੀ ਜਾ ਸਕਦੀ, ਉਹਨੂੰ ਥਾਪਿਆ ਵੀ ਨਹੀਂ ਜਾ ਸਕਦਾ ਹੈ। ਤੁਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਰੋਜ਼ਾਨਾ ਪੜ੍ਹਦੇ ਵੀ ਹੋ ਤੇ ਆਪਾਂ ਵਿਚਾਰ ਕਰਕੇ ਵੀ ਆਏ ਹਾਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਨਾ ਉਹ ਕਿਸੇ ਦੇ ਕੀਤਿਆਂ ਹੋਇਆ ਤੇ ਨਾ ਉਹ ਥਾਪਿਆ ਜਾ ਸਕਦਾ ਹੈ, ਕਿਉਂਕਿ ਜਿਹਦੀ ਸਥਾਪਨਾ ਬੰਦੇ ਨੇ ਆਪਣੇ ਹੱਥਾਂ ਨਾਲ ਕੀਤੀ ਹੈ ਉਹਦਾ ਤੇ ਅਖੀਰ ਵੀ ਹੈ, ਉਹਦਾ ਅੰਤ, ਉਹਦਾ ਵਿਨਾਸ਼ ਵੀ ਇੱਕ ਦਿਨ ਹੁੰਦਾ ਹੈ। ਜਿਹੜੀ ਮਨੁੱਖ ਦੇ ਹੱਥਾਂ ਤੋਂ ਬਣੀ ਹੋਈ ਕੋਈ ਵੀ ਵਸਤੂ, ਪਦਾਰਥ, ਕੁਛ ਵੀ ਹੈ, ਉਹਦੀ ਇੱਕ ਮਿਆਦ ਹੈ। ਜੋ ਵੀ ਮਨੁੱਖ ਨੇ ਆਪਣੇ ਹੱਥਾਂ ਨਾਲ ਬਣਾਇਆ ਉਹਦੀ ਇੱਕ ਮਿਆਦ ਜਿਹੜੀ ਹੈ ਉਹ ਰੱਖ ਦਿੱਤੀ ਵੀ ਇਹ ਇੰਨੇ ਸਮੇਂ ਬਾਅਦ ਇਹਦੀ ਮਿਆਦ ਨੇ ਖਤਮ ਹੋ ਜਾਣਾ। ਪਰ ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਅਸੀਂ ਜੁੜਨਾ ਹੈ, ਜਿਹਨੂੰ ਜਾਣਨ ਦਾ ਯਤਨ ਕਰਨਾ ਹੈ, ਜਿਹਦੇ ਰਾਹੀਂ ਅਸੀਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਕੇ ਜਿਸ ਬ੍ਰਹਮ ਨਾਲ ਜੁੜਨਾ ਹੈ, ਉਹਦਾ ਕੋਈ ਅਖੀਰ ਹੈ ਹੀ ਨਹੀਂ। ਉਹ ਅਗੰਮ ਹੈ, ਅਗੋਚਰ ਹੈ, ਸਾਡੇ ਗਿਆਨ ਇੰਦਰੀਆਂ ਤੋਂ ਵੀ ਪਰੇ। ਜਿੰਨਾ ਸਾਡੇ ਇੰਦਰੀਆਂ ਨੇ ਗਿਆਨ ਹੁਣ ਤੱਕ ਇਕੱਠਾ ਕੀਤਾ, ਜਿੰਨਾ ਵੀ ਗਿਆਨ ਇਕੱਠਾ ਕੀਤਾ, ਅਸੀਂ ਗਿਆਨ ਇਕੱਠਾ ਕਰਕੇ ਇਹੀ ਆਖਿਆ ਵੀ ਬਹੁਤ ਗਿਆਨ ਇਕੱਠਾ ਕਰਕੇ ਵੀ ਅਸੀਂ ਕੁਝ ਵੀ ਇਕੱਠਾ ਨਹੀਂ ਕਰ ਸਕੇ। ਇੰਨਾ ਗਿਆਨ ਹੋਣ ਦੇ ਬਾਵਜੂਦ ਵੀ ਅਸੀਂ ਹਜੇ ਤੱਕ ਅਗਿਆਨੀ ਹਾਂ। ਸਾਡੇ ਕੋਲ ਉਹ ਗਿਆਨ ਨਹੀਂ ਜਿਹਦੇ ਵਿੱਚ ਬ੍ਰਹਮ ਦਾ ਅੰਤ ਪਾਇਆ ਜਾ ਸਕੇ, ਉਹਦਾ ਅਖੀਰ ਜਿਹੜਾ ਹੱਦ ਬੰਨਾ ਲੱਭਿਆ ਜਾ ਸਕੇ। ਇੱਕ ਸੰਸਾਰ ਵਾਲਾ ਸਿਰਾ ਤੇ ਨਜ਼ਰ ਆਉਂਦਾ ਹੈ, ਪਰ ਨਿਰੰਕਾਰ ਵਾਲਾ ਦੂਸਰਾ ਸਿਰਾ ਨਜ਼ਰ ਨਹੀਂ ਆਉਂਦਾ। ਲੋਕ ਤਾਂ ਨਜ਼ਰ ਆਉਂਦਾ ਹੈ, ਪਰ ਪਰਲੋਕ ਨਜ਼ਰ ਨਹੀਂ ਆਉਂਦਾ। ਇਸ ਲਈ ਉਸ ਅਕਾਲ ਪੁਰਖ ਪਰਮੇਸ਼ਵਰ ਨੇ ਜੋ ਇਸ ਕੁਦਰਤ ਨੂੰ ਸਾਜਿਆ, ਵੱਖ-ਵੱਖ ਜਿਹੜੇ ਪੀਰ ਪੈਗੰਬਰ ਇਸ ਧਰਤੀ ਤੇ ਆਏ, ਉਹਨਾਂ ਨੂੰ ਜਿੰਨਾ ਜਿੰਨਾ ਗਿਆਨ, ਜਿੰਨੀ ਜਿੰਨੀ ਸੋਝੀ ਹੋਈ, ਉਹਨਾਂ ਵਿਖਿਆਨ ਉਹਨਾਂ ਨੇ ਕਰਕੇ ਦੁਨੀਆ ਦੇ ਸਾਹਮਣੇ ਇਹ ਗਿਆਨ ਰੱਖਿਆ। ਕਿਸੇ ਨੇ ਆਖਿਆ 3 ਭਵਨ ਨੇ, ਕਿਸੇ ਨੇ ਆਖਿਆ ਕਿ ਨਹੀਂ 7 ਪਾਤਾਲ ਤੇ 7 ਆਕਾਸ਼ ਨੇ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਉਣਾ ਹੋਇਆ ਤੇ ਜਦੋਂ ਉਹ ਸੰਸਾਰਿਕ ਯਾਤਰਾ ਆਰੰਭਦੇ ਨੇ ਤੇ ਦੁਨੀਆ ਨੂੰ ਸਮਝਾਉਂਦੇ ਨੇ ਕਿ ਨਾ 3 ਤੇ ਨਾ 7, ਇੰਨੇ ਆਕਾਸ਼ ਤੇ ਇੰਨੇ ਪਾਤਾਲ ਨੇ ਜਿਹੜੇ ਲੱਖੇ ਹੀ ਨਹੀਂ ਜਾ ਸਕਦੇ, ਜਿਹਦਾ ਅੰਦਾਜ਼ਾ ਹੀ ਜਿਹੜਾ ਉਹ ਨਹੀਂ ਲਾਇਆ ਜਾ ਸਕਦਾ। ਇਹੀ ਕਾਰਨ ਕਿ ਜਿਨ੍ਹਾਂ ਨੇ ਹੁਣ ਤੱਕ 3 ਸੁਣਿਆ, 7 ਸੁਣਿਆ ਸੀ, ਉਹ ਤੇ ਬੜੇ ਹੈਰਾਨ ਹੋ ਗਏ। ਉਹਨਾਂ ਨੂੰ ਬੜੀ ਹੈਰਾਨੀ ਹੋਈ ਵੀ ਇਹ ਕਿਵੇਂ ਹੋ ਸਕਦਾ ਹੈ। ਸਾਨੂੰ ਅਗਰ ਅਸੀਂ ਪਿਛਲਾ ਸਮਾਂ ਵੇਖਾਂਗੇ ਤੇ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਦੇ ਨਾਲ ਹੀ ਐਸਾ ਜੋੜ ਦਿੱਤਾ ਗਿਆ। ਅੱਜ ਜਦੋਂ ਗੁਰਮਤਿ ਸਾਹਮਣੇ ਰੱਖੀ ਦੀ ਹੈ ਤੇ ਉਦੋਂ ਬੰਦਾ ਕਹਿੰਦਾ ਵੀ ਨਹੀਂ, ਸਾਨੂੰ ਤੇ ਆਹ ਜਿਹੜਾ ਉਹ ਕੁਝ ਸੁਣਾਇਆ ਗਿਆ। ਪਰ ਗੁਰਬਾਣੀ ਦਾ ਜਿਹੜਾ ਗਿਆਨ ਹੈ ਉਹ ਵਿਸ਼ਾਲ ਹੈ, ਕਦੇ ਨਾ ਮੁੱਕਣ ਵਾਲਾ।
ਅੱਜ ਤੱਕ ਕਿੰਨੇ ਵਿਦਵਾਨ ਹੋਏ, ਅੱਜ ਤੱਕ ਕਿੰਨੇ ਗੁਰਬਾਣੀ ਦੇ ਟੀਕਾਕਾਰ ਹੋਏ, ਔਰ ਅੱਜ ਵੀ ਆਪਾਂ ਵੇਖ ਲਈਏ ਕਿ ਕਿੰਨੇ ਕਥਾਕਾਰ ਨੇ ਇਸ ਧਰਤੀ ਦੇ ਉੱਤੇ ਜੋ ਗੁਰਬਾਣੀ ਦਾ ਵਿਖਿਆਨ ਕਰਨ ਵਾਲੇ ਨੇ। ਇੰਨਾ ਵਿਖਿਆਨ ਗੁਰਬਾਣੀ ਦਾ ਹੋ ਰਿਹਾ ਹੈ, ਇੰਨੇ ਅਰਥ ਹੋ ਰਹੇ ਨੇ, ਇੰਨੇ ਟੀਕਾ ਜਿਹੜੇ ਟੀਕਾਕਾਰ ਟੀਕਾ ਕਰ ਰਹੇ ਨੇ ਗੁਰਬਾਣੀ ਦਾ, ਇੰਨੇ ਜਿਹੜੇ ਉਹ ਫਿਲਾਸਫਰ ਮੌਜੂਦ ਨੇ, ਪਰ ਕਿਸੇ ਨੇ ਵੀ ਇਹ ਨਹੀਂ ਆਖਿਆ ਵੀ ਬਸ ਗੁਰਬਾਣੀ ਦੇ ਅਰਥ ਇੱਥੇ ਜਾ ਕੇ ਮੁੱਕ ਜਾਂਦੇ ਆ, ਇਸ ਤੋਂ ਅਗਾਂਹ ਹੋਰ ਕੋਈ ਅਰਥ ਨਹੀਂ। ਕਿਸੇ ਨੇ ਵੀ ਇਹ ਗੱਲ ਨਹੀਂ ਆਖੀ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਵਿਸ਼ਾਲ ਸਾਗਰ ਹੈ, ਇਹ ਵਿਸ਼ਾਲ ਸਮੁੰਦਰ ਹੈ। ਜਿੰਨੇ ਗਹਿਰੇ ਜਾਂਦੇ ਜਾਓਗੇ ਤਿੰਨਾ ਰਸ ਇਹਦੇ ਵਿੱਚੋਂ ਪ੍ਰਾਪਤ ਹੁੰਦਾ ਜਾਏਗਾ। ਜਿੰਨੇ ਗਹਿਰੇ ਜਾਓਗੇ ਉਨੇ ਹੀ ਅਰਥ ਤੁਹਾਨੂੰ ਸਮਝ ਆਉਂਦੇ ਜਾਣਗੇ। ਪਰ ਜਿਸ ਤਲ ਤੇ ਗੁਰਬਾਣੀ ਉਹਦਾ ਉਚਾਰਨ ਹੈ, ਉਸ ਤਲ ਤੇ ਤਾਂ ਹਜੇ ਅਸੀਂ ਪਹੁੰਚੇ ਵੀ ਨਹੀਂ ਹਾਂ। ਇਹ ਤੇ ਬਸ ਜਿਹਨੂੰ ਸਮਝ ਆ ਗਈ, ਜਿਹਨੂੰ ਜਿੰਨਾ ਗਿਆਨ ਹੋ ਗਿਆ, ਉਹਨੇ ਉਹਨਾਂ ਵਿਖਿਆਨ ਕਰ ਦਿੱਤਾ, ਪਰ ਇਹਦਾ ਅਖੀਰ ਨਹੀਂ। ਕਿਉਂਕਿ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਇਹ ਦਾਤਾਰ ਨਿਤ ਨਵਾਂ ਹੈ। ਗੁਰਬਾਣੀ ਦੇ ਵਿੱਚ ਨਿਤ ਨਵਾਂ ਰਸ ਸਾਨੂੰ ਪ੍ਰਾਪਤ ਹੁੰਦਾ ਹੈ। ਕਿੰਨੇ ਸਾਲਾਂ ਤੋਂ ਗੁਰਬਾਣੀ ਦਾ ਅਭਿਆਸ ਤੁਸੀਂ ਕਰ ਰਹੇ ਹੋ, ਔਰ ਕਿੰਨੇ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਵਿਚਾਰ ਜਿਹੜੀ ਹੈ ਉਹ ਹੋ ਚੁੱਕੀ ਹੈ। ਪਰ ਫਿਰ ਵੀ ਜਦੋਂ ਅਸੀਂ ਗੁਰਬਾਣੀ ਦਾ ਅਭਿਆਸ ਹਰ ਦਿਨ ਕਰਦੇ ਹਾਂ ਤੇ ਸਾਨੂੰ ਇੱਕ ਨਵਾਂ ਰਸ ਪ੍ਰਾਪਤ ਹੁੰਦਾ ਹੈ। 4 ਦਿਨ ਤੁਸੀਂ ਕੋਈ ਕਿਤਾਬ ਦੁਨਿਆਵੀ ਪੜ੍ਹ ਲਓ ਤੇ 5ਵੇਂ ਦਿਨ ਪੜ੍ਹਨ ਨੂੰ ਦਿਲ ਨਹੀਂ ਕਰਦਾ। 4 ਦਿਨ ਇੱਕੋ ਗੱਲ ਤੁਸੀਂ ਬਾਰ-ਬਾਰ ਸੁਣ ਲਓ ਤੇ 5ਵੇਂ ਦਿਨ ਸੁਣਨ ਨੂੰ ਦਿਲ ਨਹੀਂ ਕਰਦਾ। ਪਰ ਗੁਰਬਾਣੀ ਹਰ ਦਿਨ ਸੁਣਨ ਨੂੰ ਮਨ ਕਰਦਾ ਹੈ, ਹਰ ਦਿਨ ਪੜ੍ਹਨ ਨੂੰ, ਗੁਰਬਾਣੀ ਪੜ੍ਹਨ ਨੂੰ ਚਿੱਤ ਕਰਦਾ ਹੈ। ਬਾਰ-ਬਾਰ ਗੁਰਬਾਣੀ ਨੂੰ ਰਿਪੀਟ ਕਰਨ ਨੂੰ, ਬਾਰ-ਬਾਰ ਵਾਹਿਗੁਰੂ ਦਾ ਜਾਪ ਕਰਨ ਨੂੰ ਚਿੱਤ ਕਰਦਾ ਹੈ। ਕਿਉਂ? ਕਿਉਂਕਿ ਨਿਤ ਨਵਾਂ ਰਸ ਹੈ, ਨਿਤ ਨਵਾਂ ਰਸ, ਔਰ ਨਾ ਮੁੱਕਣ ਵਾਲਾ ਰਸ ਹੈ ਗੁਰਬਾਣੀ ਦੇ ਵਿੱਚ, ਜਿਹੜਾ ਕਦੇ ਨਾ ਮੁੱਕਣ ਵਾਲਾ। ਇਹ ਵੱਧਦਾ ਜਾਏਗਾ ਪਰ ਇਹਦੇ ਵਿੱਚ ਤੋਟ ਨਹੀਂ ਆਉਂਦੀ। ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕਰਦਿਆਂ ਹੀ ਕਿੰਨੇ ਸਾਲ ਹੋ ਗਏ? ਜਿੰਨੀ ਤੁਹਾਡੀ ਉਮਰ ਹੈ, ਜਦੋਂ ਦੀ ਤੁਸੀਂ ਹੋਸ਼ ਸੰਭਾਲੀ ਹੈ, ਜਾਂ ਜਦੋਂ ਦਾ ਤੁਸੀਂ ਗੁਰਬਾਣੀ ਪਾਠ ਕਰਨ ਲੱਗੇ ਹੋ, ਆਪਣੇ ਜੀਵਨ ਵਿੱਚ ਹੀ ਅੰਦਾਜ਼ਾ ਲਾ ਲਓ। ਇੰਨੇ ਸਾਲ ਹੋ ਗਏ ਗੁਰਬਾਣੀ ਦਾ ਪਾਠ ਕਰਦਿਆਂ, ਗੁਰਬਾਣੀ ਸੁਣਦਿਆਂ, ਪਰ ਹਜੇ ਵੀ ਇਹੀ ਕਹੀਦਾ ਵੀ ਹੋਰ ਰਸ ਚਾਹੀਦਾ ਹੈ, ਹੋਰ ਗਿਆਨ ਚਾਹੀਦਾ ਹੈ। ਕਿਉਂ? ਕਿਉਂਕਿ ਇਹ ਵੱਧਦਾ ਹੈ, ਘਟਦਾ ਨਹੀਂ। ਇਹੀ ਕਾਰਨ ਸੀ ਕਿ ਮਹਾਰਾਜ ਕਹਿੰਦੇ ਤੂੰ ਗੁਰਬਾਣੀ ਨੂੰ ਆਪ ਵੀ ਜਿੰਨਾ ਖਰਚ ਸਕਦਾ ਖਰਚ, ਜਿੰਨਾ ਵਰਤ ਸਕਦਾ ਵਰਤਾ। ਇਹ ਕਦੇ ਨਹੀਂ ਮੁੱਕੇਗਾ। ਖਾਵੈ ਖਰਚੈ ਰਲ ਮਿਲ ਭਾਈ, ਟੋਟ ਨ ਆਵੈ ਵੱਧਦੋ ਜਾਈ। ਇਹ ਗੁਰਬਾਣੀ ਦੇ ਰਸ ਵਾਸਤੇ ਕਿਹਾ ਸੀ। ਇਹਦੇ ਵਿੱਚ ਟੋਟ ਨਹੀਂ ਆਏਗੀ, ਸਗੋਂ ਨਿਤ ਨਵਾਂ ਰਸ, ਨਿਤ ਨਵਾਂ ਰਸ ਗੁਰਬਾਣੀ ਵਿੱਚੋਂ ਮਿਲੇਗਾ। ਕਿਉਂਕਿ ਇਹ ਨਾ ਮੁੱਕਣ ਵਾਲਾ। ਦੁਨੀਆ ਦਾ ਧਨ ਮੁੱਕ ਜਾਂਦਾ ਹੈ, ਪਰ ਗੁਰਬਾਣੀ ਦਾ ਧਨ ਐਸਾ ਹੈ ਜਿਹੜਾ ਕਦੇ ਨਹੀਂ ਮੁੱਕਦਾ। ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ। ਇਹ ਧਨ ਉਹ ਹੈ ਜਿਹੜਾ ਕਦੇ ਨਾ ਮੁੱਕਣ ਵਾਲਾ। ਦੁਨੀਆ ਦਾ ਧਨ ਮੁੱਕ ਜਾਂਦਾ ਹੈ, ਆ ਜਾਂਦਾ ਹੈ, ਚਲਾ ਜਾਂਦਾ ਹੈ, ਕਿਉਂਕਿ ਕਾਚਾ ਧਨ ਪੁਨ ਆਵੈ ਜਾਏ। ਉੱਤੇ ਆਉਣਾ ਜਾਣਾ, ਕਦੀ ਆ ਗਿਆ ਕਦੀ ਚੱਲ ਗਿਆ। ਪਰ ਇਹ ਧਨ ਉਹ ਹੈ ਜਿਹੜਾ ਕਹਿੰਦੇ ਕਦੇ ਨਾ ਮੁੱਕਣ ਵਾਲਾ ਹੈ। ਬਸ ਇਹਨੂੰ ਸੰਭਾਲਣ ਦੀ ਲੋੜ ਹੈ। ਮਨ ਨੂੰ ਇਹੀ ਗੱਲ ਤੇ ਸਮਝਾਈ ਸੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਤੂੰ ਇਹ ਜਿਹੜਾ ਕੁਟੰਬ ਸੰਸਾਰ ਦਾ ਵੇਖ ਰਿਹਾ ਨਾ, ਜਿਹਦੇ ਪਿੱਛੇ ਲੱਗ ਕੇ ਤੂੰ ਇਹ ਨਾਮ ਨਹੀਂ ਸੰਭਾਲ ਰਿਹਾ, ਜਿਹਦੇ ਪਿੱਛੇ ਲੱਗ ਕੇ ਤੂੰ ਨਿਤ ਨੇਮ ਨਹੀਂ ਕਰ ਰਿਹਾ, ਜਿਹਦੇ ਮਗਰ ਲੱਗ ਕੇ ਤੂੰ ਗੁਰਬਾਣੀ ਦਾ ਖਜ਼ਾਨਾ ਨਹੀਂ ਸੰਭਾਲਦਾ ਪਿਆ, ਇਹ ਜਿਹੜਾ ਤੂੰ ਕੁਟੰਬ ਦੇਖਦਾ, ਇਹਨੇ ਤੇਰੇ ਨਾਲ ਨਹੀਂ ਜਾਣਾ।
तेरे नाल जाने इस नाम दे खजाने ने, इहदी संभाल कर, ये ना मुक्कण वाला है। ए मन प्यारिया तू सदा सच संभाले, एह कुटुंब तू जे देखदा चले, नाही तेरे नाले नाल तेरे चले नाही, तिस नाल क्यों चित लाइए। ऐसा काम मूले न कीचै जित अंत पछोताइए। तू ऐसा काम मुੱਢ तो ही ना कर जो अखीर ते जाके तेनू पछतावना पै जाए। तू नित उठ के नाम दा रस लै, तू नित उठ के नाम दा रस संभाल, क्योंकि इस रस ने ही तेरा जीवन बदलना है। और नित नवा रस तैनू इस गुरबाणी विचों दी प्राप्त होएगा। तो खैर असी गुरबाणी दा अंत नहीं पा सके, गुरबाणी दी विचार दा अंत नहीं अज तक हो सकिया, ते गुरबाणी दा रस नहीं कदे मुकदा, क्योंकि ये नित नवे रूप विच है रस। जिस कुदरत विच असी संसार विच रह रहे हैं, उस कुदरत दा अंत नहीं है। विज्ञान ने सानू बहुत कुछ दिता, बहुत कुछ विज्ञान दे रहा है। आने वाले समय विच विज्ञान ने साडी झोली विच बड़ा कुछ पाउणा है, पर विज्ञान भी एक थां ते जाके कह दिंदा है भी साडे कोल वो ज्ञान नहीं जिहदे नाल असीं ब्रह्म नूं समझ सकीए, जिहदे नाल असीं ब्रह्मंड नूं समझ सकीए। अज असीं बड़ियां तरक्कियां कर लईआं ने कि अपने शरीर दे एक एक अंग नूं चंगी तरह सर्च करके समझ सकते हैं। बरीक तो बरीक नाड़ी नूं भी सर्च करके असी चंगी तरह समझ सकते हैं। जो साडे खून दे विच जो सैल ने उन्हां नूं भी असी सर्च करके चंगी तरह समझ सकते हैं कि किहड़े सैल घट ने ते किहड़े वध ने। हालांकि असीं वेखांगे ते सानू लाल रंग ही खून दा नज़र आएगा, पर उहदे विच भी जिहड़े सैल काम करदे ने उत्थे तक भी असीं पहुंच गए। शरीर जिहड़ा वो शरीर दे एक एक पार्ट अंग नूं असीं जिहड़ा वो समझ लिया, पर इस शरीर अंदर जो काम कर रहा है वो नहीं हजे तक समझ आया। जो इस शरीर नूं चला रहा है हजे तक उहदा एक्सरा नहीं असी लै सके, उहदी तस्वीर नहीं असी लै सके, क्योंकि शरीर दे तां सिर दे विच वेखो किन्नियां बरीक तो बरीक नाड़ियां ने, उहदी भी तस्वीर लिया के सामने रख दित्ती जांदी है कि आ तेरा दिमाग है। पर उस दिमाग दे विच जिहड़ा उहनूं चलाउण वाला है उहदी तस्वीर नहीं अज तक बनी। शरीर दी जिहड़ी है वो बन गई इस, पर इहदे अंदर जिहड़ी जिंद है उहदी तस्वीर नहीं अजे तक कोई ऐसी मशीनरी तैयार होई जिहदे नाल कि वो जिहड़ी तस्वीर साडी आत्मक मंडल दी जो साडी जिंद है उहदी कोई तस्वीर जिहड़ी है वो बन के साडे सामने आ जाए, वो नहीं है, क्योंकि वो बयान ही नहीं किया जा सकता। उत्थे पहुंच के वो अवस्था ऐसी हुंदी है कि जिथे बोल के बयान किया ही नहीं जा सकता है, इसलिए उहदी तस्वीर ना बनी, ना विज्ञान उत्थे तक पहुंच सके। एक दिन जिक्र किया, बड़ियां थावां ते भी जिक्र किया है कि विज्ञान ने सानू बहुत कुछ दिता, कोई शक नहीं, असीं इनकारी नहीं हाँ, पर जिहड़ी जिहड़ी उदाहरण एग्जाम्पल गुरु ग्रंथ साहिब जी ने दिती है अज तक दा विज्ञान उहनूं कट नहीं सकता। अज तक अज देखो दुनिया दे विच चोटी तो भी चोटी दा ज्योतिषी बैठा है, दुनिया दे विच चोटी तो भी चोटी दा तांत्रिक बैठा है, दुनिया दे विच चोटी तो भी चोटी दा विज्ञान बैठा है। पर ये सारे जिन्ने भी बैठे ने इन्हों गुरु ग्रंथ साहिब जी अगे बिठा के इन्हों विचार सांझी करो कि जिहड़ियां जिहड़ियां उदाहरणां गुरु ग्रंथ साहिब जी ने दित्तियां ने उन्हों दुनिया की कोई ताकत कट नहीं सकती। पढ़ी दा किते अखबारां किते पेपर वंडदे ने, किते दीवारां भरियां पईयां ने कि फलाणे दा फलाणा मंत्र कटिया जा सकता है, पर जिहड़ी उदाहरण गुरु ग्रंथ साहिब जी ने दिती, जपजी साहिब जी आपां पढ़ के आए हैं कि चलो विज्ञान से इन्नी तरक्की कर ली है
कि साडी चमड़ी नूं निखारन दा प्रबंध कर लिया, कपड़े नूं निखारन दा प्रबंध कर लिया, पर यह सवाल दा जवाब किसी कोल अज है? भरीए मत पापां कै संग। जिहड़ी मत अंदर पाप नाल मलीन हो गई है, दसो किहड़ा मिश्रण है जिन्हों पीण दे नाल मत अंदर जिहड़ी मलीनता खत्म हो जाएगी? किहड़ा अज एक साबुण जिहड़ा वो तैयार होया है जिहदे नाल अंदर दे कीटाणु मारे जा सकदे ने? अज साडे कोल बड़े तरह दे लिक्विड भी ने जिन्हों असीं अपने हत्थां दे कीटाणु भी मार सकते हैं, बीमारियां दे कण भी खत्म कर सकते हैं, पर जिहड़े अंदर विकारां दे कीटाणु ने, काम क्रोध लोभ मोह अहंकार झूठ निंदा चुगली, ये जिन्ने भी अंदर कीटाणु साडे भरे ने, किहड़ा ऐसा मिश्रण है जिन्हों घोल के पी लईए ते अंदर दे कीटाणु, इत्थों तक कि पेट दे कीड़े भी मारे जा सकते हैं। पेट विच कीड़े पै जाण, बंदा कहंदा दवाई लै लो पी लो, कीड़े मर जाणगे। पर जिहड़े अंदर साडे दिमाग नूं कीड़े लगे होए ने विकारां दे, वो किवें मरनगे? उन्हां नूं मारन वास्ते किहड़ी मैडिसिन दवाई तैयार होई है? कोई नहीं होई। जिहड़ा मन अंदर बुद्धि भ्रिष्ट हो गई, ਉਹਨੂੰ सवारन लई की है? साहब कहंदे इक्को ही तरीका है, भरीए मत पापा कै संग, ओ धोपै नामै कै रंग। दसो हुण इहनूं किहड़ा कट सकदा है? बड़ियां उदाहरणां। कबीर साहब कहंदे एक फल डाली नालों टुੱਟਾ, अगे जिक्र कीता सी एक दिन आप जी नाल कि वो जिहड़ा टुੱਟਿਆ फल है, दसो किने दोबारा जोड़िया? फुल टुੱਟ गया ना, मुरझा गया, ते दोबारा उन्होंने डाली नाल जोड़ के कोई खेड़ा दे सकता है? उस फुल नूं नहीं दे सकता। उन्होंने दोबारा मिट्टी विच मिट्टी हो के पुंगरना पएगा, फिर जाके किते दोबारा फुल फल तक पहुंचेगा। कोई ऐसा विज्ञान नहीं जो टुੱਟੇ हुए फल नूं डाली नाल दोबारा जोड़ सके, कोई नहीं ऐसा। कबीर मानस जन्म दुलंभ है, होए न बारंबार, ज्यों बन फल पाकै भोए गिरै, बहुर न लागै डार। जिहड़ी कबीर जी ने कसवट्टी अगे रख दिती है, दसो इस कसवट्टी नूं कौन फेल करेगा? कहंदे बहुर न लागै डार। जिहड़ा बन जंगल विच फल दरखत नालों टुੱਟਿਆ, वो दोबारा उहदे नाल जोड़िया ही नहीं जा सकता। जिन्ना मर्जी तुसी संसार दा ज्ञान इकट्ठा कर लो, पर इत्थे आके वो ज्ञान फेल हो जाना है। इसलिए गुरबाणी एक विशाल ब्रह्म ज्ञान दे रूप विच है, जो सानू ब्रह्मंड ते ब्रह्म दी सोझी दिंदी है। पर यह भी नहीं कि जिथे आके गुरु साहब ने भी कहा होवे भी इत्थे ब्रह्म दा अंत है, इत्थे ब्रह्मंड दा अंत है। नहीं, साहब कहंदे हाँ, जिन्हों जिन्ना ज्ञान होएगा वो उन्ना विख्यान करेगा, जिन्हों जिन्नी सोची होएगी वो उन्ना ही समझ रख के बोलेगा। पर अंत नहीं है। आउण वालियां पौड़ियां विच आपां यही विचारना है। जदों गुरु नानक साहब जी ने आलाप लाया ना, पातालां पाताल लख आगासां आगास, की लखा ही पाताल आकाश, जिन्हों लखिया नहीं जा सकता, अंदाजा नहीं लाया जा सकता भी किन्ने आकाश ते किन्ने पाताल। एक जिहड़े इस्लामी बोली वाले सन, इस्लाम धर्म दे, उन्हें आख्या नानक जी तुसी कुफर तोलदे हो, तुसी ये कफर तोलिया, क्योंकि अज तक ते असी 7 ही सुने ने, अज तुसी लख कह दिता। और वो भी लख ऐसा कि जिन्हों लखिया नहीं जा सकता। सतगुरु महाराज जी कहते ने जिथे तक जिदी पहुंच बनी उन्हें उत्थे तक बखियान कर दिता। पर सच ये है कि पाताला पाताल कह के भी उहदा अंत नहीं है। इत्थे रुक नहीं गए भी हाँ बस इत्थे ही है, इस तो अगाह कुछ नहीं है, इस तो अगाह पता नहीं कितना कुछ है। इसलिए सतगुरु महाराज ने अज इस 22वीं पौड़ी दे विच साडे ते एक किरपा कीती है भी तुसी हजे कुदरत नूं नहीं समझ सके ते कादर नूं कित्थों समझ लोगे। आ जिहड़े दुनिया विच रब बन के बैठे हुए ने, ये लोकां नूं गुमराह करन वास्ते ने, माफ करना, क्योंकि हजे ते रब नूं असीं जाणिया ही नहीं।
ਰੱਬ ਦੀਆਂ ਗੱਲਾਂ ਸਾਰੇ ਹੀ ਕਰ ਰਹੇ ਨੇ, ਮੇਰੇ ਸਮੇਤ ਸਾਰੇ ਹੀ ਕਰ ਰਹੇ ਨੇ, ਪਰ ਹਕੀਕਤ ਹੈ ਕਿ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਉਹਦਾ ਭੇਦ ਤਾਂ ਪਾਇਆ ਹੀ ਨਹੀਂ ਹੈ, ਸਿਰਫ ਉਹਦੀਆਂ ਗੱਲਾਂ ਹੀ ਹੋ ਰਹੀਆਂ ਨੇ ਸਿਰਫ। ਤੇ ਜਿਹਨੇ ਉਹਨੂੰ ਪਾ ਲਿਆ ਉਹ ਤੇ ਉਹਦੇ ਵਿੱਚ ਅਭੇਦ ਹੋ ਗਿਆ, ਉਹਦੇ ਵਿੱਚ ਲੀਨ ਹੋ ਗਿਆ, ਉਹਦੇ ਵਿੱਚ ਸਮਾ ਗਿਆ। ਤੇ ਜਿਹੜਾ ਉਹਦੇ ਵਿੱਚ ਸਮਾ ਗਿਆ ਉਹ ਦੱਸ ਨਹੀਂ ਸਕਿਆ। ਜਿਵੇਂ ਕਬੀਰ ਸਾਹਿਬ ਕਹਿੰਦੇ ਨੇ ਉਸ ਮਾਲਕ ਦੇ ਚਰਨਾਂ ਦੀ ਮੌਜ ਬੜੀ ਹੈ। ਤੇ ਕਬੀਰ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਤਾਂ ਉਸ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਗਏ ਹੋ, ਕਿਉਂਕਿ ਰਾਮ ਤੇ ਕਬੀਰ ਇੱਕ ਹੋ ਗਏ ਨੇ, ਕੋਈ ਪਛਾਣ ਨਹੀਂ ਸਕਦਾ। ਹੁਣ ਸਾਨੂੰ ਦੱਸੋ ਉਹਦੀ ਮੌਜ ਕਿੱਦਾਂ ਦੀ ਹੈ। ਕਹਿੰਦੇ ਜੇ ਮੈਨੂੰ ਸੱਚ ਪੁੱਛੋ ਤੇ ਦੱਸ ਮੈਂ ਵੀ ਕੋਈ ਨਹੀਂ ਸਕਦਾ। ਮੈਂ ਕਹਿ ਸਕਦਾ ਵੀ ਉਹਦੇ ਚਰਨਾਂ ਦੀ ਮੌਜ ਬੜੀ ਹੈ, ਪਰ ਜੇ ਤੁਸੀਂ ਕਹੋ ਵੀ ਮੈਂ ਬੋਲ ਕੇ ਦੱਸਾਂ, ਨਹੀਂ। ਕਹਿਣ ਲੱਗੇ ਕਹਿ ਪੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ। ਜਦੋਂ ਤੁਸੀਂ ਖੁਦ ਉਹਨੂੰ ਵੇਖ ਕੇ ਉਹਦੇ ਵਿੱਚ ਸਮਾ ਜਾਓਗੇ ਤਾਂ ਫਿਰ ਤੁਸੀਂ ਵੀ ਇੱਥੇ ਹੀ ਆ ਕੇ ਖਲੋ ਕੇ ਕਹੋਗੇ ਕਹਿ ਪੇ ਕੋ ਸ਼ੋਭਾ ਨਹੀਂ। ਨਹੀਂ ਬਿਆਨ ਕੀਤਾ ਜਾ ਸਕਦਾ ਇੱਕ ਜੀਵ ਤੋਂ ਕਿ ਉਹ ਕਿੰਨਾ ਕੁ ਵਿਸ਼ਾਲ ਹੈ, ਕਿੰਨਾ ਬੇਅੰਤ ਹੈ, ਜਿਹਦਾ ਅੰਤ ਨਹੀਂ ਪਾਇਆ। ਤੇ ਅਸੀਂ ਦੇਹ ਨੂੰ ਹੀ ਰੱਬ ਬਣਾ ਕੇ ਤੇ ਇੱਥੇ ਮੱਥੇ ਟਿਕਾਉਣ ਲੱਗ ਪਏ। ਅਸੀਂ ਦੇਹ ਨੂੰ ਹੀ ਰੱਬ ਮੰਨ ਲਿਆ। ਦੇਹ ਤੇ ਨਾਸ਼ਵੰਤ ਹੈ, ਪਰ ਰੱਬ ਨਾਸ਼ਵੰਤ ਨਹੀਂ ਹੈ। ਉਹ ਤੇ ਸਦਾ ਸਲਾਮਤ ਹੈ। ਉਹ ਤੇ ਜਿਹੜਾ ਉਹ ਸਦਾ ਸਲਾਮਤ ਰਹਿਣ ਵਾਲਾ ਸਦਾ ਪੂਰਨ ਅਵਸਥਾ ਵਿੱਚ ਹੈ, ਪਰ ਦੇਹ ਤਾਂ ਘਟਦੀ ਵੱਧਦੀ ਰਹਿੰਦੀ ਹੈ। ਅਸੀਂ ਦੇਹ ਨੂੰ ਹੀ ਰੱਬ ਮੰਨ ਲਿਆ ਤੇ ਦੇਹ ਕੋਲ ਨੂੰ ਹੀ ਇੱਥੇ ਅਸੀਂ ਮੱਥੇ ਟੇਕ ਕੇ ਤੇ ਅਸੀਂ ਆਖਿਆ ਇਹੀ ਰੱਬ ਹੈ। ਨਹੀਂ, ਇਹ ਰੱਬ ਨਹੀਂ ਸੀ। ਅਸੀਂ ਤਾਂ ਇਸ ਦੇਹ ਵਿੱਚੋਂ ਦੀ ਨਿਕਲ ਕੇ ਰੱਬ ਜੀ ਨੂੰ ਸਮਝਣਾ ਸੀ, ਪਰ ਅਸੀਂ ਤੇ ਫਿਰ ਦੇਹ ਵਿੱਚ ਹੀ ਉਲਝ ਗਏ। ਅਸੀਂ ਫਿਰ ਦੋਹਰੇ ਨਾਲ ਹੀ ਜੁੜ ਗਏ। ਆਪਣਾ ਦਿਹਰਾ ਸਮਝ ਨਹੀਂ ਆਇਆ ਸਾਨੂੰ। ਭਈ ਪ੍ਰਾਪਤ ਮਨੁੱਖ, ਆਹ ਜਿਹੜਾ ਦਿਹਰਾ ਸੀ ਨਾ, ਇਹ ਨਹੀਂ ਸਮਝ ਆਇਆ। ਜਿਹੜੇ ਬਾਹਰ ਦੇ ਦੋਹਰੇ ਬਣਾਤੇ ਅਸੀਂ ਉਹਨਾਂ ਨੂੰ ਸਮਝ ਕੇ ਜੁੜਨਾ ਸ਼ੁਰੂ ਕਰ ਦਿੱਤਾ। ਬਸ ਇੱਥੇ ਹੀ ਜ਼ਿੰਦਗੀ ਲੰਘ ਗਈ। ਬ੍ਰਹਮ ਨੂੰ ਸਮਝਣ ਦੀ ਬਜਾਏ ਅਸੀਂ ਉਹ ਬਣਾਏ ਹੋਏ ਦਿਹਰੇ ਜਿਹੜੇ ਸੀ ਉਹਨਾਂ ਨਾਲ ਹੀ ਜੁੜ ਕੇ ਰਹਿ ਗਏ ਤੇ ਜ਼ਿੰਦਗੀ ਦਾ ਸਫ਼ਰ ਅਜਾਈਂ ਲੰਘ ਗਿਆ, ਲੇਖੇ ਨਹੀਂ ਲੱਗਾ। ਅਸੀਂ ਉਹਨਾਂ ਨਾਲ ਜੁੜ ਗਏ ਜਿਹੜੇ ਆਪ ਡੂਬੇ ਚਾਹੋਂ ਵੇਦ ਮੈਂ ਚੇਲੇ ਦੀਏ ਬਹਾਏ। ਉਹ ਜਿਹੜੇ ਆਪ ਡੁੱਬੇ ਸਨ, ਅਸੀਂ ਸੋਚਿਆ ਇਹ ਸਾਨੂੰ ਉਤਾਰਨਗੇ, ਅਸੀਂ ਉਹਨਾਂ ਦਾ ਪੱਲਾ ਪਕੜ ਲਿਆ, ਪਰ ਪਤਾ ਲੱਗਾ ਵੀ ਉਹ ਤੇ ਆਪ ਡੁੱਬ ਗਏ ਨੇ, ਉਹ ਸਾਨੂੰ ਕਿੱਥੋਂ ਉਤਾਰਨਗੇ। ਗੁਰਬਾਣੀ ਨੇ ਸਾਨੂੰ ਦੇਹ ਨਾਲ ਨਹੀਂ ਜੋੜਿਆ। ਨਾ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਤੂੰ ਮੇਰੀ ਦੇਹ ਨਾਲ ਜੁੜ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਮੇਰੇ ਮੁਖ ਤੋਂ ਸ਼ਬਦ ਨਿਕਲਦੇ ਆ ਨਾ ਧੁਰ ਕੇ ਖਸਮ ਦੇ, ਧੁਰ ਕੀ ਬਾਣੀ ਦੇ, ਤੂੰ ਉਸ ਸ਼ਬਦ ਨਾਲ ਜੁੜ। ਤੈਨੂੰ ਸ਼ਬਦ ਨਾਲ ਜੋੜਿਆ, ਤੈਨੂੰ ਦੇਹ ਨਾਲ ਨਹੀਂ ਜੋੜਿਆ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਤੈਨੂੰ ਇਹ ਨਿਕਲੇ ਹੋਏ ਖਸਮ ਦੇ ਬੋਲ, ਧੁਰ ਕੀ ਬਾਣੀ ਦੇ ਬੋਲ, ਇਹਨੇ ਤੈਨੂੰ ਬ੍ਰਹਮ ਤੱਕ ਪਹੁੰਚਾਉਣਾ, ਤੈਨੂੰ ਸਰੀਰ ਨੇ ਨਹੀਂ ਪਹੁੰਚਾਉਣਾ। ਪਰ ਅਸੀਂ ਕੀ ਕੀਤਾ? ਅਸੀਂ ਫਿਰ ਦੇਹ ਧਾਰੀ ਬਣਾ ਲਏ। ਅਸੀਂ ਫਿਰ ਦੇਹ ਧਾਰੀਆਂ ਨੂੰ ਹੀ ਆਪਣਾ ਰੱਬ ਸਮਝ ਕੇ ਜੁੜ ਗਏ। ਪਰ ਇੱਕ ਦਿਨ ਦੇਹ ਨੇ ਤੇ ਨਾਸ਼ ਹੋਣਾ ਹੀ ਹੋਣਾ। ਪਰ ਸੱਚ ਹੈ, ਜਿਹੜੇ ਉਸ ਰਾਹ ਤੁਰੇ ਨੇ ਉਹਨਾਂ ਨੂੰ ਇਹ ਕੌੜਾ ਲੱਗ, ਕਿਉਂਕਿ ਸੱਚ ਹੁੰਦਾ ਹੀ ਕੌੜਾ ਹੈ। ਸਭ ਕਹਿੰਦੇ ਜੁੜਨਾ ਹੈ ਤਾਂ ਤੂੰ ਸ਼ਬਦ ਗੁਰੂ ਦੇ ਨਾਲ ਜੁੜ, ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਜਿਹੜਾ ਕਦੇ ਮਿਟਦਾ ਨਹੀਂ ਹੈ। ਅੱਜ ਤੱਕ ਦੇਖ ਲਓ, ਅੱਜ ਤੱਕ 2021 ਸਾਲ ਤੱਕ ਵੇਖ ਲਓ, ਸ਼ਬਦ ਗੁਰੂ ਨੂੰ ਮਿਟਾਉਣ ਦੀਆਂ ਕਿੰਨੀਆਂ ਕੋਸ਼ਿਸ਼ਾਂ ਹੋਈਆਂ, ਕਿੰਨੇ ਯਤਨ ਕੀਤੇ ਗਏ। ਕੋਈ ਹੱਦ ਛੱਡੀ। ਜਿਹੜੇ ਸ਼ਰਾਰਤੀ ਅਨਸਰ ਸਮੇਂ ਨਾਲ ਪੈਦਾ ਹੋਏ, ਉਹਨਾਂ ਨੇ ਕੋਈ ਹੱਦ ਛੱਡੀ ਕਿ ਸ਼ਬਦ ਗੁਰੂ ਨੂੰ ਮਿਟਾਉਣ ਦੇ। ਪਰ ਸ਼ਬਦ ਗੁਰੂ ਤੇ ਫਿਰ ਅੱਜ ਪ੍ਰਕਾਸ਼ਮਾਨ ਹੈ। ਸ਼ਬਦ ਗੁਰੂ ਤੇ ਫਿਰ ਰੋਜ਼ ਪਾਲਕੀ ਵਿੱਚ ਸਵਾਰ ਹੋ ਕੇ ਰੋਜ਼ ਚਵਰ ਸਾਹਿਬ ਹੁੰਦਾ ਹੈ ਤੇ ਰੋਜ਼ ਆਪਣੇ ਅਸਥਾਨ ਤੋਂ ਪ੍ਰਕਾਸ਼ ਅਸਥਾਨ ਤੋਂ ਆਪਣੇ ਅਸਥਾਨ ਤੱਕ ਜਾਂਦੇ ਨੇ। ਰੋਜ਼ ਹੁਕਮ ਆਉਂਦਾ ਹੈ ਸਤਿਗੁਰੂ ਦਾ, ਕਿਉਂਕਿ ਸ਼ਬਦ ਗੁਰੂ ਕਦੇ ਮਿਟ ਨਹੀਂ ਸਕਦਾ, ਕਦੇ ਮਿਟਾਇਆ ਨਹੀਂ ਜਾ ਸਕਦਾ। ਕਿਉਂ ਨਹੀਂ ਮਿਟਾਇਆ ਜਾ ਸਕਦਾ? ਜੇ ਸਾਡੇ ਸ਼ਬਦ ਹੁੰਦੇ ਤੇ ਕਦੋਂ ਦੇ ਮਿਟ ਜਾਂਦੇ।
ਜੇ ਕਿਤੇ ਦੁਨਿਆਵੀ ਦੇਹਧਾਰੀ ਦੇ ਹੁੰਦੇ ਫਿਰ ਤੇ ਕਦੋਂ ਦੇ ਮਿਟ ਜਾਂਦੇ ਇਹ। ਪਰ ਇਹ ਸ਼ਬਦ ਗੁਰੂ ਸਾਹਿਬ ਕਹਿੰਦੇ ਮੇਰਾ ਨਹੀਂ ਹੈ, ਇਹ ਤੇ ਧੁਰ ਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ। ਕੌਣ ਮਿਟਾਏਗਾ? ਜਿਹਨੇ ਤੁਹਾਡੀ ਚਿੰਤਾ ਮਿਟਾਉਣੀ ਹੈ ਉਹ ਕੋਈ ਹੈ ਜਿਹੜਾ ਸ਼ਬਦ ਨੂੰ ਮਿਟਾ ਸਕੇ? ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ। ਕਬੀਰ ਜੀ ਨੂੰ ਵੀ ਸਮੇਂ ਦੇ ਹਾਕਮ ਨੇ ਪਕੜ ਲਿਆ, ਸਮੇਂ ਦੇ ਪੁਜਾਰੀਆਂ ਨੇ ਪਕੜ ਲਿਆ। ਕਬੀਰ ਜੀ ਕਹਿੰਦੇ ਮੈਨੂੰ ਮਿਟਾ ਦਿਓਗੇ, ਪਰ ਜਿਹੜਾ ਕਰਤਾ ਮੂੰਹੋਂ ਬੋਲਦਾ ਪਿਆ ਉਹਨੂੰ ਕਿਵੇਂ ਮਿਟਾਓਗੇ? ਹਰ ਕਰਤਾ ਆਪ ਮੂੰਹੋਂ ਕਢਾਏ। ਜਿਹੜੇ ਉਹਨੇ ਮੂੰਹ ਚੋਂ ਇਹ ਬੋਲ ਧੁਰ ਕੀ ਬਾਣੀ ਦੇ ਕਢਵਾਏ ਨੇ, ਕਬੀਰ ਜੀ ਕਹਿੰਦੇ ਤੁਸੀਂ ਉਹ ਕਿਵੇਂ ਖਤਮ ਕਰ ਦੋ? ਮੈਨੂੰ ਤੇ ਖਤਮ ਕਰ ਸਕਦੇ ਹੋ। ਨਾਮਦੇਵ ਜੀ ਨੂੰ ਵੀ ਸਮੇਂ ਦੇ ਹਾਕਮ ਨੇ ਪਕੜ ਲਿਆ। ਉਹ ਕਹਿਣ ਲੱਗਾ ਜਾਂ ਇਹ ਗਊ ਨੂੰ ਜਿਉਂਦੀ ਕਰ ਤੇ ਜਾਂ ਤੈਨੂੰ ਅਸੀਂ ਮਾਰ ਦੇਣਾ। ਤੇ ਨਾਮਦੇਵ ਜੀ ਕਹਿੰਦੇ ਜਿਹੜੇ ਮੁਖ ਤੋਂ ਬੋਲ ਨਿਕਲਦੇ ਨੇ ਸ਼ਬਦ, ਉਹ ਕਿਵੇਂ ਮਿਟਾਓਗੇ ਤੁਸੀਂ? ਮੈਨੂੰ ਤਾਂ ਮਿਟਾ ਸਕਦੇ ਹੋ, ਪਰ ਉਹ ਕਿਵੇਂ ਮਿਟਾਓਗੇ ਜਿਹੜਾ ਹਰ ਕਰਤਾ ਆਪ ਮੂੰਹੋਂ ਬੋਲ ਰਿਹਾ ਹੈ? ਉਹਨੂੰ ਨਹੀਂ ਮਿਟਾਇਆ ਜਾ ਸਕਦਾ। ਆ ਤੁਸੀਂ ਨਨਕਾਣਾ ਸਾਹਿਬ ਦਾ ਸਾਕੇ ਵਿੱਚ ਸ਼ਹੀਦਾਂ ਨੂੰ ਚੇਤੇ ਕੀਤਾ। ਕਿੰਨੀਆਂ ਗੋਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਰ ਪਾਰ ਹੋਈਆਂ ਸਨ, ਕਿੰਨੀਆਂ ਗੋਲੀਆਂ ਆਰ ਪਾਰ ਹੋਈਆਂ ਨੇ ਉਸ ਵੇਲੇ ਨਨਕਾਣਾ ਸਾਹਿਬ ਦੇ ਵਿੱਚ। ਔਰ 462 ਅੰਗ ਤੋਂ 600 ਅੰਗ ਤੱਕ ਛਵੀਆਂ ਦੇ ਨਾਲ, ਟੋਕਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨੇ ਟੱਕ ਲੱਗੇ ਨੇ। ਇਹ ਸ਼ਬਦ ਗੁਰੂ ਹੈ ਜਿਹੜਾ ਸਦਾ ਸਲਾਮਤ ਹੈ, ਜਿਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਮਿਟਾ ਸਕਦੀ ਹੈ। ਇਸ ਲਈ ਅਸੀਂ ਕੁਦਰਤ ਨੂੰ ਨਹੀਂ ਹਜੇ ਸਮਝ ਸਕੇ, ਅਸੀਂ ਕਾਦਰ ਨੂੰ ਕਿੱਥੋਂ ਸਮਝਾਂਗੇ? ਇਸ ਵਾਸਤੇ ਸਾਹਿਬ ਕਹਿੰਦੇ ਆ ਬਸ ਸੱਚ ਇਹ ਹੈ ਕਿ ਤੂੰ ਇੱਕ ਪਤਾਲ ਦੇ ਵਿੱਚ ਹੀ ਉਲਝਿਆ ਪਿਆ। ਇੱਥੇ ਤੇ ਕਹਾਣੀਆਂ ਕਈ ਪਤਾਲਾਂ ਦੀਆਂ ਨੇ। ਅਸੀਂ ਆਪਣੀ ਮਤ ਅਕਲ ਸਿਆਣਪ ਚਤਰਾਈ ਨੂੰ ਛੱਡ ਕੇ ਚੱਲਾਂਗੇ ਤੇ ਗੱਲ ਸਮਝ ਆਉਣੀ ਹੈ। ਕਿਉਂਕਿ ਉੱਥੇ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਇੱਕ ਵੀ ਨਾਲ ਨਹੀਂ ਚੱਲਣੀ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਪਾਤਾਲਾਂ ਪਾਤਾਲ, ਪਤਾਲ ਨਹੀਂ ਪਾਤਾਲਾਂ, ਪਾ ਅੱਖਰ ਨੂੰ ਕੰਨਾ ਲੱਗਾ ਹੋਇਆ ਹੈ। ਲੱਖ ਆਕਾਸ਼ਾਂ ਆਕਾਸ਼, ਕਹਿੰਦੇ ਲੱਖਾਂ ਹੀ ਆਕਾਸ਼ ਤੇ ਲੱਖਾਂ ਹੀ ਪਤਾਲ, ਭਾਵ ਲਖਿਆ ਹੀ ਨਹੀਂ ਜਾ ਸਕਦਾ ਕਿੰਨੇ ਆਕਾਸ਼ ਤੇ ਕਿੰਨੇ ਪਤਾਲ ਨੇ। ਤੁਸੀਂ ਲੜੀਵਾਰ ਸੁਣਦੇ ਆ ਰਹੇ ਹੋ ਵਿਚਾਰ, ਕਿਉਂਕਿ ਹਰ ਸਵਾਲ ਜਪਜੀ ਸਾਹਿਬ ਵਿੱਚ ਤੇ ਹਰ ਸਵਾਲ ਦਾ ਜਵਾਬ ਵੀ ਜਪਜੀ ਸਾਹਿਬ ਦੀ ਬਾਣੀ ਵਿੱਚ। ਜੇ ਆਪਾਂ ਬਹੁਤਾ ਅੱਗੇ ਨਾ ਜਾਈਏ ਨਾ, ਇੱਥੇ ਹੀ ਸਵਾਲ ਤੇ ਇੱਥੇ ਹੀ ਜਵਾਬ ਮਿਲ ਜਾਣੇ ਨੇ। ਜਿਵੇਂ ਧਰਮ ਤੇ ਦਇਆ ਦੀ ਗੱਲ ਤੁਸੀਂ ਉਹ ਪੌੜੀ ਸਰਵਣ ਕੀਤੀ ਸੀ। ਮਾਰੇ ਕਹਿੰਦੇ ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰ ਧਰੈ ਕਵਣ ਜੋਰ। ਕਹਿੰਦੇ ਇੱਕ ਧਰਤੀ ਨਹੀਂ, ਇੱਥੇ ਤੇ ਪਤਾ ਹੀ ਨਹੀਂ ਧਰਤੀ ਅੱਗੇ ਹੋਰ ਕਿੰਨੀਆਂ ਕੋ ਧਰਤੀਆਂ ਨੇ। ਇੱਕ ਦਿਨ ਇਹ ਵੀ ਜ਼ਿਕਰ ਕੀਤਾ ਸੀ ਕਿ ਅੱਜ ਵਿਗਿਆਨ ਨੇ ਸਾਨੂੰ ਇਹ ਤਾਂ ਦੱਸ ਦਿੱਤਾ ਕਿ ਇਹ ਧਰਤੀ ਜਿਹੜੀ ਹੈ ਨਾ, ਗੋਲ ਧਰਤੀ ਜਿਹਦੇ ਤੇ ਅਸੀਂ ਬਿਰਾਜਮਾਨ ਹਾਂ, ਇਹਦੇ ਨਾਲੋਂ ਕਈ ਗੁਣਾ ਵੱਧ ਧਰਤੀਆਂ ਹੋਰ ਮੌਜੂਦ ਨੇ ਗ੍ਰਹਿ ਦੇ ਰੂਪ ਵਿੱਚ। ਇਸ ਜਿੱਥੇ ਅਸੀਂ ਹਾਂ ਇਹ ਤੇ ਕੁਝ ਵੀ ਨਹੀਂ ਉਹਦੇ ਸਾਹਮਣੇ, ਇਹ ਤਾਂ ਕੁਝ ਵੀ ਨਹੀਂ ਹੈ ਉਹਦੇ ਸਾਹਮਣੇ। ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ ਇਹਦੇ ਤੋਂ ਵੱਡੇ ਵੱਡੇ ਆਕਾਰ ਦੇ ਗ੍ਰਹਿ ਮੌਜੂਦ ਨੇ। ਇਸ ਲਈ ਮਹਾਰਾਜ ਜੀ ਕਹਿੰਦੇ ਸੱਚ ਇਹ ਹੈ ਕਿ ਲਖਿਆ ਹੀ ਨਹੀਂ ਜਾ ਸਕਦਾ ਕਿੰਨੇ ਪਤਾਲ ਤੇ ਕਿੰਨੇ ਆਕਾਸ਼ ਹਨ। ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ। ਗੁਰੂ ਨਾਨਕ ਸਾਹਿਬ ਜੀ ਕਹਿੰਦੇ 4 ਵੇਦ ਨੇ ਜਿਹੜੇ ਗਿਆਨ ਦਿੰਦੇ ਨੇ। ਉਹ ਵੇਦਾਂ ਨੂੰ ਰਚਣ ਵਾਲੇ ਜਿਹੜੇ ਉਹਦੇ ਰਚੈਤਾ ਨੇ ਨਾ, ਵੇਦਾਂ ਨੂੰ ਰਚਣ ਵਾਲੇ, ਉਹ ਵੀ ਔੜਕ ਔੜਕ, ਧਿਆਨ ਰੱਖਿਓ ਊੜੇ ਦਾ ਮੂੰਹ ਉੱਤੋਂ ਖੁੱਲਾ ਹੈ। ਕਹਿੰਦੇ ਔੜਕ ਔੜਕ ਭਾਲ ਥੱਕੇ, ਭਾਲ ਦੇ ਲੱਲੇ ਨੂੰ ਸਿਹਾਰੀ ਭਾਲ ਕੇ, ਟੋਲ ਕੇ, ਸਰਚ ਕਰ ਕਰਕੇ ਕਹਿੰਦੇ ਥੱਕ ਗਏ। ਔੜਕ ਤੱਕ, ਅਖੀਰ ਤੱਕ ਕਿ ਅਸੀਂ ਇਸ ਕੁਦਰਤ ਦਾ ਅੰਤ ਪਾਉਣਾ ਹੈ। ਅਸੀਂ ਕਾਦਰ ਨੂੰ ਸਮਝਣਾ ਵੀ ਕਾਦਰ ਕੀ ਹੈ। ਅਸੀਂ ਉਸ ਰੱਬ ਨੂੰ ਪਾਉਣਾ ਸਮਝਣਾ ਚਾਹੁੰਦੇ ਹਾਂ
ਤੇ ਕਹਿੰਦੇ ਅਖੀਰ ਤੱਕ ਭਾਲ ਭਾਲ ਕੇ ਥੱਕ ਗਏ, ਜ਼ਿੰਦਗੀ ਮੁੱਕ ਗਈ ਉਹਨਾਂ ਦੀ। ਫਿਰ ਜੋ ਵੇਦ ਵਿੱਚ ਜੋ ਵੇਦਾਂ ਦਾ ਗਿਆਨ ਦੇਣ ਵਾਲੇ ਸਨ, ਉਹਨਾਂ ਨੇ ਇੱਕੋ ਹੀ ਬਾਤ ਕਹੀ, ਇੱਕੋ ਹੀ ਗੱਲ ਕਹੀ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਕਿਉਂਕਿ ਅਸੀਂ ਔੜਕ ਔੜਕ ਤੱਕ, ਅਖੀਰ ਤੱਕ, ਲਾਸਟ ਤੱਕ, ਅਖੀਰਲੇ ਸਵਾਸ ਤੱਕ ਭਾਲਦੇ ਰਹੇ, ਪਰ ਨਹੀਂ। ਜਿੰਨਾ ਅੱਗੇ ਤੁਰੇ ਉਨਾ ਹੋਰ ਅੱਗੇ ਰਸਤਾ ਬਣ ਗਿਆ, ਜਿੰਨਾ ਹੋਰ ਅੱਗੇ ਤੁਰੇ ਉਸ ਤੋਂ ਅੱਗੇ ਹੋਰ ਰਸਤਾ ਬਣ ਗਿਆ। ਅਖੀਰ ਤੱਕ ਅਸੀਂ ਭਾਲਦੇ ਰਹੇ, ਪਰ ਵੇਦ ਕਹਿੰਦੇ ਨੇ ਕਿ ਅੰਤ ਤੱਕ ਢੂੰਡਦਿਆਂ ਇੱਕੋ ਗੱਲ ਸਮਝ ਵਿੱਚ ਆਈ ਕਿ ਉਹ ਬੇਅੰਤ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸੈਸ 18 ਕਹਿਣ ਕਤੇਬਾ, ਅਸਲੂ ਇੱਕ ਧਾਤ। ਕਤੇਬਾ ਜਿਵੇਂ 4 ਵੇਦ ਨੇ, ਇਸੇ ਤਰ੍ਹਾਂ 4 ਧਰਮ ਗ੍ਰੰਥ ਨੇ ਜਿਹਨੂੰ ਕਤੇਬ ਕਿਹਾ ਗਿਆ। ਇਸਲਾਮੀ ਔਰ ਈਸਾਈ ਧਰਮ ਦੇ ਜਿਹੜੇ ਨੇ ਇਹ ਇਕੱਠੇ ਕਰਕੇ ਨਾ ਇਹਨਾਂ ਨੂੰ ਫਿਰ ਇੱਕ ਕਤੇਬ ਕਹਿ ਦਿੱਤਾ ਗਿਆ। ਕਹਿੰਦੇ ਸਹਿਸ 18 ਹੈ ਕਹਿਨ ਕਤੇਬਾ, 18,000 ਆਲਮ ਨੇ ਇਹ ਕਤੇਬ ਦੇ ਵਿੱਚੋਂ ਦੀ ਗਿਆਨ ਮਿਲਦਾ ਹੈ। ਜਿਹੜੇ ਇਹ 4 ਗ੍ਰੰਥ ਨੇ ਇਸਲਾਮ ਔਰ ਈਸਾਈ ਮਤ ਨੂੰ ਮਿਲਾ ਕੇ, ਕਹਿੰਦੇ ਇਹਨਾਂ ਦੇ ਵਿੱਚੋਂ ਵੀ ਕਿਹਾ ਗਿਆ ਵੀ 18,000 ਆਲਮ, ਆਲਮ ਦਾ ਅਰਥ ਹੈ 18,000 ਦੁਨੀਆ ਹੈ। ਇਸ ਤਰ੍ਹਾਂ ਦੀ ਉਹਨਾਂ ਦੀ ਸਮਝ ਉੱਥੇ ਤੱਕ ਸੀ, ਪਰ ਉਹਨਾਂ ਨੇ ਵੀ ਇੱਥੇ ਆ ਕੇ ਜਿਹੜੀ ਗੱਲ ਕਹੀ ਹੈ ਉਹ ਕਹਿੰਦੇ ਨੇ ਵੀ 18,000 ਆਲਮ ਅਸੀਂ ਸਮਝਦੇ ਜ਼ਰੂਰ ਹਾਂ ਕਿ 18,000 ਆਲਮ ਭਾਵ ਦੁਨੀਆ ਹੈ, ਪਰ ਸਮਝ ਇਹ ਆਈ ਹੈ ਕਿ ਅਸਲ ਵਿੱਚ, ਅਸਲ ਦਾ ਅਰਥ ਹੈ ਅਸਲ ਦੇ ਵਿੱਚ ਇੱਕ ਧਾਤ ਤੋਂ ਹੀ ਸਾਰਾ ਸੰਸਾਰ ਬਣਿਆ। ਇੱਕ ਸੰਸਾਰ, ਇੱਕ ਧਾਤ ਤੋਂ ਹੀ ਇਹ ਪੂਰਾ ਬ੍ਰਹਿਮੰਡ ਬਣਿਆ। ਇਹ ਜਿਹੜਾ ਇੱਕ ਧਾਤ ਤੋਂ ਬ੍ਰਹਿਮੰਡ ਬਣਿਆ ਨਾ, ਉਹ ਹੈ ਬ੍ਰਹਮ, ਤੇ ਅਸੀਂ ਤੇ ਬ੍ਰਹਿਮੰਡ ਵਿੱਚ ਹਜੇ ਉਸ ਬ੍ਰਹਮ ਤੱਕ ਨਹੀਂ ਪਹੁੰਚ ਸਕੇ ਹਾਂ। ਤੁਸੀਂ ਦੇਖੋ ਇੱਕ ਧਾਤ ਹੁੰਦੀ ਹੈ ਨਾ ਸੋਨੇ ਦੀ, ਗੋਲਡ ਜਿਹਨੂੰ ਕਹਿੰਦੇ ਹੋ, ਇੱਕ ਧਾਤ ਤੋਂ ਕਿੰਨੇ ਸਾਰੇ ਗਹਿਣੇ ਬਣਾਏ ਜਾ ਸਕਦੇ ਆ, ਵੱਖ-ਵੱਖ ਗਹਿਣੇ ਬਣਾਏ ਜਾ ਸਕਦੇ ਆ, ਕਿੰਨੇ ਕਿਸਮਾਂ ਦੇ ਆਕਾਰ ਬਣਾਏ ਜਾ ਸਕਦੇ ਨੇ, ਪਰ ਉਹ ਜਿੰਨੇ ਵੀ ਗਹਿਣਿਆਂ ਦੇ ਆਕਾਰ ਨੇ ਉਹ ਸਾਰਿਆਂ ਦੇ ਵਿੱਚ ਧਾਤ ਕਿਹੜੀ ਕੰਮ ਕਰ ਰਹੀ ਹੈ? ਇੱਕੋ ਹੀ, ਸੋਨੇ ਦੀ ਧਾਤ। ਇਸੇ ਤਰ੍ਹਾਂ ਕਹਿੰਦੇ ਉਹ 18,000 ਆਲਮ ਨੇ ਕਤੇਬ ਦੇ ਮੁਤਾਬਕ, ਪਰ ਉਹ ਕਹਿੰਦੇ ਅਸਲ ਵਿੱਚ ਗੱਲ ਇਹ ਹੈ ਇੱਕ ਧਾਤ। ਇਹ ਸਾਰੇ ਭਾਵੇਂ ਉਹ 18,000 ਆਲਮ ਨੇ, ਭਾਵੇਂ ਉਹ 14 ਭਵਨ ਨੇ, ਭਾਵੇਂ ਉਹ 3 ਭਵਨ ਨੇ, ਭਾਵੇਂ ਉਹ ਲੱਖਾਂ ਆਕਾਸ਼ ਪਤਾਲ ਨੇ, ਸੱਚ ਤੇ ਹੈ ਕਿ ਸਾਰਿਆਂ ਨੂੰ ਰਚਣ ਵਾਲਾ ਇੱਕੋ ਹੀ ਧਾਤ ਦਾ ਹੈ, ਇੱਕ ਅਕਾਲ ਪੁਰਖ ਪਰਮੇਸ਼ਵਰ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜੇ ਨਿਰੰਕਾਰ ਹੈ ਤਾਂ ਸੰਸਾਰ ਹੈ, ਜੇ ਬ੍ਰਹਮ ਹੈ ਤੇ ਬ੍ਰਹਿਮੰਡ ਹੈ, ਜੇ ਬ੍ਰਹਮ ਨਹੀਂ ਤੇ ਬ੍ਰਹਿਮੰਡ ਵੀ ਨਹੀਂ, ਜੇ ਨਿਰੰਕਾਰ ਨਹੀਂ ਤਾਂ ਆਕਾਰ, ਇਹ ਸੰਸਾਰ ਵੀ ਨਹੀਂ ਹੈ। ਇਸ ਲਈ ਇੱਕ ਧਾਤ ਤੋਂ ਹੀ ਇਹ ਸਾਰੀਆਂ ਧਾਤਾਂ ਬਣੀਆਂ ਨੇ, ਇੱਕ ਰੱਬੀ ਜੋਤ ਵਿੱਚੋਂ ਹੀ ਇਹ ਸਾਰੀ ਜਿੰਨੀਆਂ ਵੀ ਜੋਤ ਕਰਕੇ ਅਸੀਂ ਸੰਸਾਰ ਵਿੱਚ ਹਾਂ, ਇਹ ਸਭ ਇੱਕੋ ਦੀ ਜੋਤ ਕੰਮ ਕਰ ਰਹੀ ਹੈ। ਜਿਵੇਂ ਸਤਿਗੁਰੂ ਜੀ ਨੇ ਸਮਝਾਇਆ ਕਿ ਹਜ਼ਾਰਾਂ ਅੱਖਾਂ ਦੁਨੀਆ ਵਿੱਚ ਵੇਖਣ ਨੂੰ ਮਿਲਦੀਆਂ ਨੇ, ਪਰ ਜਿਹਦੇ ਬਣਾਈਆਂ ਨੇ ਉਹਦੀ ਆਪਣੀ ਕੋਈ ਵੀ ਅੱਖ ਨਹੀਂ ਹੈ। ਸਹਿਸ ਤਵ ਨੈਣ ਨਨ, ਇਹ ਕਹਿੰਦੇ ਸਹਿਸ ਤਵ ਨੈਣ, ਆ ਹਜ਼ਾਰਾਂ ਨੈਣ ਅੱਖਾਂ ਨੇ, ਪਰ ਜਿਹਨੇ ਬਣਾਈਆਂ ਨੇ ਉਹਦੀ ਇੱਕ ਵੀ ਅੱਖ ਦਿਸਦੀ ਨਹੀਂ ਪਈ। ਹਜ਼ਾਰਾਂ ਮੂਰਤਾਂ ਦਿਸਦੀਆਂ ਨੇ, ਪਰ ਜਿਹਨੇ ਬਣਾਈਆਂ, ਆਰਤੀ ਵਿੱਚ ਜਿਵੇਂ ਸ਼ਬਦ ਪੜ੍ਹਦੇ ਹੋ ਨਾ, ਜਾਂ ਧਨਾਸਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਉਚਾਰਿਆ ਉਹਦੇ ਵਿੱਚ ਸਾਰੀਆਂ ਗੱਲਾਂ ਸਮਝਾਈਆਂ। ਜਦੋਂ ਇੱਕ ਥਾਲੀ ਲੈ ਕੇ ਆਰਤੀ ਕਰਦੇ ਲੋਕ ਨਜ਼ਰ ਆਏ, ਸਾਹਿਬ ਕਹਿੰਦੇ ਉਹ ਏਡਾ ਛੋਟਾ ਥੋੜ੍ਹੀ ਹੈ, ਆਰਤੀ ਤਾਂ ਕੁਦਰਤ ਕਰ ਰਹੀ ਹੈ ਉਹਦੀ, ਤੇ ਜਿਹਦੀ ਕੁਦਰਤ ਆਰਤੀ ਕਰਦੀ ਹੋਵੇਗੀ ਉਹਦੀ ਆਰਤੀ ਸਪੈਸ਼ਲ ਸਾਨੂੰ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਗगन में थाल रव चंद दीपक बने तारका, मंडल जनक मोती धूप मल आन लो, पवन चवरो करे सगल बन राए फुलंत ज्योति। ਕਹਿੰਦੇ ਜਿਹਦੀ ਕੁਦਰਤ ਆਰਤੀ ਕਰਦੀ ਪਈ ਹੈ
ਉਹਦੀ ਆਰਤੀ ਅਸੀਂ ਇੱਕ ਛੋਟੀ ਜਿਹੀ ਥਾਲੀ ਲੈ ਕੇ ਕਿਵੇਂ ਕਰਾਂਗੇ? ਉਹ ਪੂਰੇ ਸ਼ਬਦ ਨੂੰ ਸਮਝਣ ਦੀ ਲੋੜ ਸੀ, ਉਹਦੇ ਵਿੱਚੋਂ ਗਿਆਨ ਲੈਣ ਦੀ ਲੋੜ ਸੀ ਕਿ ਹਜ਼ਾਰਾਂ ਅੱਖਾਂ ਉਹਨੇ ਬਣਾਈਆਂ ਪਰ ਉਹਦੀ ਇੱਕ ਵੀ ਨਹੀਂ, ਹਜ਼ਾਰਾਂ ਕਦਮ ਉਹਦੇ ਬਣਾਏ ਚੱਲਦੇ ਆ ਪਰ ਉਹਦਾ ਇੱਕ ਵੀ ਨਹੀਂ, ਹਜ਼ਾਰਾਂ ਨਾਸਕਾਂ ਸੁਗੰਧੀ ਲੈ ਰਹੀਆਂ ਨੇ ਪਰ ਉਹਦੀ ਕੋਈ ਵੀ ਨਹੀਂ, ਹਜ਼ਾਰਾਂ ਮੂਰਤਾਂ ਉਹਦੀਆਂ ਨੇ ਪਰ ਉਹਦੀ ਕੋਈ ਮੂਰਤ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਭਾਵੇਂ ਤੁਸੀਂ ਵੇਦ ਵੇਖ ਲਓ, ਭਾਵੇਂ ਤੁਸੀਂ ਕਤੇਬ ਵੇਖ ਲਓ, ਉਹਨਾਂ ਨੇ ਵੀ ਇੱਕੋ ਗੱਲ ਕਹੀ ਹੈ ਕਿ ਅਸੀਂ ਅਖੀਰ ਤੱਕ ਉਸ ਬ੍ਰਹਮ ਦਾ ਅੰਤ ਪਾਉਣ ਦਾ ਯਤਨ ਕੀਤਾ, ਸਾਨੂੰ ਸਮਝ ਨਹੀਂ ਆਈ। ਬਸ ਇਹ ਸਮਝ ਆਈ ਹੈ ਅਸਲ ਵਿੱਚ ਇਹ ਸਾਰਾ ਕੁਝ ਇੱਕੋ ਹੀ ਧਾਤ ਤੋਂ ਬਣਿਆ ਹੈ ਕਿ ਜੇ ਇੱਕ ਧਾਤ ਨਾ ਹੋਵੇ ਤੇ ਅੱਗੋਂ ਇਸ ਬ੍ਰਹਿਮੰਡ ਦੀ ਰਚਨਾ ਨਹੀਂ ਹੋ। ਜੇ ਸੋਨਾ ਹੀ ਨਹੀਂ ਹੋਏਗਾ ਤੇ ਗਹਿਣੇ ਕਿਤੇ ਬਣਾਓਗੇ? ਜੇ ਸੋਨਾ ਹੀ ਨਹੀਂ ਹੋਏਗਾ ਤੇ ਗਹਿਣੇ ਜਿਹੜੇ ਆ ਉਹ ਕਿਤੇ ਬਣਾਓਗੇ? ਇੱਕ ਮਿੱਟੀ ਤਾਂ ਇੱਕੋ ਹੀ ਹੈ ਨਾ, ਪਰ ਇੱਕ ਮਿੱਟੀ ਤੋਂ ਕਿੰਨੇ ਆਕਾਰ ਬਣਾ ਦਿੱਤੇ, ਕਿੰਨੀਆਂ ਸ਼ਕਲਾਂ ਬਣਾ ਦਿੱਤੀਆਂ, ਕਿੰਨੇ ਜਿੰਨੇ ਨੇ ਰੂਪ ਰੰਗ ਬਣਾ ਦਿੱਤੇ। ਆਪਾਂ ਮਨੁੱਖੀ ਕੱਲਾ ਲੈ ਲਈਏ, ਹੁਣ ਤੱਕ ਕਿੰਨੇ ਪ੍ਰਾਣੀ ਇਸ ਧਰਤੀ ਤੇ ਆ ਚੁੱਕੇ ਨੇ, ਕੋਈ ਹਿਸਾਬ ਹੈ? ਨਹੀਂ ਹਿਸਾਬ ਲਾਇਆ ਜਾ ਸਕਦਾ। ਪਰ ਕਿਸੇ ਦਾ ਚਿਹਰਾ ਕਿਸੇ ਨਾਲ ਮਿਲਦਾ ਹੀ ਨਹੀਂ ਪਿਆ। ਹਾਂ, ਕਿਤੇ ਕੋਈ ਟਾਵਾਂ ਹੋਏਗਾ ਜਾਂ ਕੋਈ ਜੁੜਵਾ ਹੋਏਗਾ ਤੇ ਉਹਦੀ ਸ਼ਕਲ ਮਿਲਦੀ ਹੋਏਗੀ, ਪਰ ਤੁਸੀਂ ਵੇਖ ਲਓ, ਪੂਰੀ ਦੁਨੀਆ ਘੁੰਮ ਕੇ ਵੇਖ ਲਓ, ਕਿਹਦੀ ਸ਼ਕਲ ਕਿਹਦੇ ਨਾਲ ਮਿਲਦੀ ਹੈ? ਸਾਰਿਆਂ ਦੇ ਦੋ ਹੀ ਅੱਖਾਂ ਨੇ, ਸਾਰਿਆਂ ਦੇ ਦੋ ਹੀ ਕੰਨ ਨੇ, ਸਿਰ ਹੈ। ਆ ਮੂੰਹ ਵਾਲਾ ਪਾਸਾ ਹੀ ਵੇਖ ਲਓ ਤੁਸੀਂ, ਕਿਸੇ ਦਾ ਚਿਹਰਾ ਕਿਸੇ ਨਾਲ ਨਹੀਂ ਮਿਲਦਾ ਪਿਆ। ਅਰਬਾਂ ਖਰਬਾਂ ਦੀ ਗਿਣਤੀ ਹੈ ਦੁਨੀਆ 'ਚ, ਪਰ ਸਾਰਿਆਂ ਨੂੰ ਬਣਾਇਆ ਕਿਹਦੇ ਨਾਲ ਹੈ? ਇੱਕ ਮਿੱਟੀ ਦੇ ਨਾਲ। ਮਾਟੀ ਏਕ ਅਨੇਕ ਭਾਂਤ ਕਰ ਸਾਜੀ, ਸਾਜਣ ਹਾਰੇ। ਇੱਕੋ ਮਿੱਟੀ ਨਾਲ ਸਾਜਿਆ ਤੇ ਸ਼ਕਲ ਕਿਸੇ ਦੀ ਕਿਸੇ ਨਾਲ ਨਹੀਂ ਮਿਲਦੀ, ਕਿਸੇ ਦਾ ਚਿਹਰਾ ਕਿਸੇ ਨਾਲ ਨਹੀਂ ਮਿਲਦਾ ਪਿਆ। ਇਸੇ ਤਰ੍ਹਾਂ ਉਹ ਕਤੇਬ ਵੀ ਕਹਿੰਦੇ ਇੱਕ ਗੱਲ ਸਮਝ ਗਏ ਨੇ ਕਿ ਅਸਲ ਵਿੱਚ ਇਹ ਸਾਰਾ ਕੁਝ ਇੱਕ ਧਾਤ ਤੋਂ ਹੀ ਬਣਿਆ ਕੰਮ ਕਰ ਰਿਹਾ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਜਿਹੜਾ ਬੇਅੰਤ, ਜਿਹਦਾ ਅੰਤ ਕੋਈ ਨਹੀਂ ਨਾ, ਉਹਦਾ ਲੇਖਾ ਨਹੀਂ ਲਿਖਿਆ ਜਾ ਸਕਦਾ, ਕਿਉਂਕਿ ਉਹਦੇ ਨਾਮ ਨਾਲ ਜੁੜ ਕੇ ਆਪਣੇ ਲੇਖੇ ਮੁਕਾਏ ਜਾ ਸਕਦੇ ਨੇ। ਅਸੀਂ ਲੇਖੇ ਤੋਂ ਛੁੱਟਣਾ ਹੈ ਉਹਦਾ ਨਾਮ ਸਿਮਰ ਕੇ, ਉਹਦੇ ਨਾਮ ਦਾ ਆਸਰਾ ਲੈ ਕੇ। ਪਰ ਜਿਹਨੇ ਸਾਡੇ ਲੇਖ ਲਿਖੇ ਨੇ ਜਾਂ ਸਾਡੇ ਲੇਖ ਲਿਖ ਰਿਹਾ ਹੈ, ਉਹਦਾ ਕੋਈ ਲੇਖਾ ਨਹੀਂ ਹੈ ਤੇ ਲਿਖਿਆ ਵੀ ਨਹੀਂ ਜਾ ਸਕਦਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲੇਖਾ ਹੋਏ ਤਾਂ ਲਿਖੀ, ਉਹਦਾ ਕੋਈ ਲੇਖਾ ਜੋਖਾ ਹੋਏ ਤਾਂ ਲਿਖੀਏ। ਕੁਦਰਤ ਦਾ ਲੇਖਾ ਕੀ ਕਰੋਗੇ? ਲੇਖਾ ਹੁੰਦਾ ਹਿਸਾਬ ਕਿਤਾਬ। ਅਸੀਂ ਕੁਦਰਤ ਦਾ ਕੀ ਹਿਸਾਬ ਕਿਤਾਬ ਕਰਾਂਗੇ, ਕਿਉਂਕਿ ਸਾਡੀ ਪਹੁੰਚ ਤੋਂ ਪਰੇ ਹੈ, ਇਹਦਾ ਹਿਸਾਬ ਕਿਤਾਬ ਨਹੀਂ ਕੀਤਾ ਜਾ ਸਕਦਾ। ਸਾਹਿਬ ਕਹਿੰਦੇ ਜੇ ਲੇਖਾ ਹੋਏਗਾ ਤਾਂ ਤੁਸੀਂ ਲੇਖਾ ਲਿਖ ਸਕਦੇ ਹੋ ਨਾ, ਤੇ ਜੇ ਲੇਖਾ ਲਿਖਣ ਵੀ ਲੱਗੋਗੇ ਨਾ, ਲੇਖਾ ਹੋਏ ਵਿਨਾਸ਼, ਤੁਹਾਡਾ ਲੇਖਾ ਮੁੱਕ ਜਾਏਗਾ ਪਰ ਉਹਦਾ ਲੇਖਾ ਜਿਹੜਾ ਲਿਖਣਾ ਨਹੀਂ ਮੁੱਕੇਗਾ। ਭਾਵ ਤੁਹਾਡੀ ਗਿਣਤੀ ਮੁੱਕ ਜਾਏਗੀ, ਤੁਹਾਡਾ ਹਿਸਾਬ ਕਿਤਾਬ ਮੁੱਕ ਜਾਏਗਾ, ਤੁਹਾਡਾ ਕਾਗਜ਼, ਤੁਹਾਡੀ ਸ਼ਾਹੀ ਮੁੱਕ ਜਾਏਗੀ, ਪਰ ਉਹਦੇ ਵਿੱਚ ਜਿਹੜੀਆਂ ਉਹਦੀਆਂ ਬਖਸ਼ਿਸ਼ਾਂ ਨੇ ਉਹ ਕਦੇ ਨਾ ਮੁੱਕਣ ਵਾਲੀਆਂ ਨੇ, ਕਦੇ ਨਹੀਂ ਮੁੱਕਦੀਆਂ ਉਹ। ਇਹਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ। ਕਹਿੰਦੇ ਲੇਖਾ ਹੋਏ ਤਾਂ ਲਿਖੀ ਹੈ, ਉਹਦਾ ਕੋਈ ਲੇਖਾ ਜੋਖਾ ਹੋਵੇ ਤਾਂ, ਕਿਉਂਕਿ ਉਹਨੂੰ ਥਾਪਿਆ ਨਹੀਂ ਜਾ ਸਕਦਾ, ਉਹਦਾ ਕੋਈ ਆਕਾਰ ਨਹੀਂ ਹੈ, ਉਹਦੀ ਕੋਈ ਮੂਰਤ ਨਹੀਂ ਹੈ, ਉਹਦਾ ਕੋਈ ਰੂਪ ਰੰਗ ਨਹੀਂ ਹੈ। ਤੁਸੀਂ ਲੇਖਾ ਕਿਸ ਤਰ੍ਹਾਂ ਲਿਖੋਗੇ ਉਹਦਾ? ਇਸ ਲਈ ਉਹਦਾ ਕੋਈ ਲੇਖਾ ਲਿਖ ਹੀ ਨਹੀਂ ਸਕਦਾ। ਤੇ ਜਿਹੜਾ ਲਿਖਦਾ ਉਹ ਆਪ ਵਿਨਾਸ਼ ਹੋ ਜਾਂਦਾ ਹੈ, ਉਹਦਾ ਆਪਣਾ ਜ਼ਿੰਦਗੀ ਦਾ ਸਮਾਂ ਮੁੱਕ ਜਾਂਦਾ ਹੈ, ਪਰ ਉਸ ਮਾਲਕ ਦਾ ਲੇਖਾ ਨਹੀਂ ਕੋਈ ਲਿਖ ਸਕਦਾ। ਦੋ ਅਰਥ ਕੀਤੇ ਨੇ ਵਿਦਵਾਨਾਂ ਨੇ, ਲੇਖਾ ਹੋਏ ਵਿਨਾਸ਼। ਕਹਿੰਦੇ ਲਿਖਣ ਵਾਲੇ ਦਾ ਵਿਨਾਸ਼ ਹੋ ਜਾਂਦਾ ਹੈ, ਪਰ ਉਹਦਾ ਲੇਖਾ ਨਹੀਂ ਲਿਖਿਆ ਜਾ ਸਕਦਾ। ਦੂਜਾ ਅਰਥ ਹੈ ਕਿ ਲੇਖਾ ਲਿਖਣ ਵਾਲੇ ਦਾ ਲੇਖ ਭਾਵ ਗਿਣਤੀ ਮਿਣਤੀ ਮੁੱਕ ਜਾਏਗੀ, ਪਰ ਉਹਦਾ ਜਿਹੜੇ ਉਹਦੇ ਗੁਣਾਂ ਦੇ ਆਧਾਰ ਤੇ, ਉਹਦੀਆਂ ਬਖਸ਼ਿਸ਼ਾਂ ਦੇ ਆਧਾਰ ਤੇ ਕੋਈ ਲੇਖ ਲਿਖਣ ਲੱਗੇਗਾ ਤੇ ਨਹੀਂ ਲਿਖਿਆ ਜਾ ਸਕਦਾ। ਜਿਹਨੂੰ ਅਸੀਂ ਇੱਕ ਥਾਂ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਅਸੰਖ 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 ਕਿਹਾ ਨਾ,
ਇੱਕ ਥਾਂ ਤੇ ਕਹਿੰਦੇ ਅਸੰਖ ਕਹੈ ਸਿਰ ਭਾਰ ਹੋਏ। ਅਸੰਖ ਜਿੱਥੇ ਸੰਖਿਆ ਮੁੱਕ ਜਾਂਦੀ ਹੈ, ਜਿੱਥੇ ਅੱਗੋਂ ਸਾਨੂੰ ਗਿਣਤੀ ਕੋਈ ਨਹੀਂ ਆਉਂਦੀ, ਇਸ ਲਈ ਉਹ ਇੰਨਾ ਵਿਸ਼ਾਲ ਹੈ ਕਿ ਉਹਦਾ ਲੇਖਾ ਕੋਈ ਲਿਖ ਹੀ ਨਹੀਂ ਸਕਦਾ। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬਸ ਇਹ ਹੈ ਵੀ ਉਹਨੂੰ ਵੱਡਾ 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 ਕਰਕੇ ਆਖਿਆ ਜਾਂਦਾ ਹੈ, ਪਰ ਉਹ ਕਿੰਨਾ ਵੱਡਾ ਹੈ ਇਹ ਵੀ ਅੱਜ ਤੱਕ ਕੋਈ ਬਿਆਨ ਨਹੀਂ ਕਰ ਸਕਿਆ। ਕਹਿ ਰਹੇ ਹਾਂ ਉਹ ਪਰਮਾਤਮਾ ਬਹੁਤ ਵੱਡਾ ਹੈ, ਰੱਬ ਬਹੁਤ ਵੱਡਾ ਹੈ, ਅੱਲਾਹ ਬਹੁਤ ਵੱਡਾ ਹੈ, ਖੁਦਾ ਬਹੁਤ ਵੱਡਾ ਹੈ, ਰਾਮ ਬਹੁਤ ਵੱਡਾ ਹੈ। ਕਹਿ ਰਹੇ ਹਾਂ, ਪਰ ਕਿੰਨਾ ਵੱਡਾ ਹੈ ਇਹ ਅੱਜ ਤੱਕ ਕੋਈ ਦੱਸ ਹੀ ਨਹੀਂ ਸਕਿਆ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕਹਿੰਦੇ ਸੁਣ ਸੁਣ ਕੇ ਆਖ ਸਾਰੇ ਹੀ ਰਹੇ ਨੇ ਉਹ ਵੱਡਾ ਹੈ। ਸੁਣ ਸੁਣ ਕੇ ਅੱਗੇ ਤੋਂ ਇੱਕ ਤੋਂ ਸੁਣਿਆ, ਦੂਜੇ ਨੇ ਤੀਜੇ ਨੂੰ, ਬਸ ਸਾਰੇ ਸੰਸਾਰ ਵਿੱਚ ਕਿਹਾ ਜਾਂਦਾ ਹੈ ਵੀ ਉਹ ਵੱਡਾ ਹੈ, ਪਰ ਉਹ ਕਿੰਨਾ ਵੱਡਾ ਹੈ ਕਿਸੇ ਨੇ ਉਹਨੂੰ ਵੇਖਿਆ ਹੋਏਗਾ ਤੇ ਦੱਸੇਗਾ ਨਾ, ਤੇ ਜਿਹੜਾ ਉਹਦੇ ਵਿੱਚ ਸਮਾ ਗਿਆ ਉਹ ਦੱਸ ਨਹੀਂ ਸਕਦਾ ਵੀ ਉਹ ਕਿੰਨਾ ਵੱਡਾ ਹੈ। ਇਸ ਲਈ ਸਾਰੇ ਹੀ ਕਹਿ ਰਹੇ ਨੇ ਕਿ ਵੱਡਾ ਹੈ, ਵੱਡਾ ਹੈ, ਵੱਡਾ ਹੈ, ਪਰ ਸਾਹਿਬ ਕਹਿੰਦੇ ਕਿੰਨਾ ਵੱਡਾ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਕਿਹਾ ਜਾ ਸਕਦਾ ਹੈ ਕਿ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ। ਇਹ ਤਾਂ ਕਿਹਾ ਜਾ ਸਕਦਾ ਹੈ ਕਿ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੁਤਬਾ, ਤੇਰੀ ਪਦਵੀ ਬਹੁਤ ਵੱਡੀ ਹੈ, ਤੇ ਜਿਹੜਾ ਉਸ ਨੂੰ ਦੱਸਣ ਵਾਲਾ ਸੀ ਉਹ ਵੀ ਬਹੁਤ ਵੱਡਾ ਹੈ। ਨਾ ਅਸੀਂ ਗੁਰੂ ਦਾ ਅੰਤ ਪਾ ਸਕਦੇ ਹਾਂ ਤੇ ਨਾ ਪਰਮੇਸ਼ਰ ਦਾ ਪਾ ਸਕਦੇ ਹਾਂ। ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਅੱਜ ਤੱਕ ਪਤਾ ਹੀ ਨਹੀਂ ਕਿੰਨੇ ਪ੍ਰਕਾਰ ਕਿੰਨੇ ਰੂਪ ਵਿੱਚ ਹੋ ਚੁੱਕੇ ਆ। ਅੱਗੋਂ ਹੋਰ ਜਿੰਨੇ ਵੀ ਵਿਦਵਾਨ ਆਉਣਗੇ ਉਹ ਜਿੱਥੇ ਜਿੱਥੇ ਤੱਕ ਗਿਆਨ ਲੈ ਜਾਏਗਾ ਉਹ ਬਿਆਨ ਕਰਨਗੇ, ਪਰ ਕੋਈ ਨਹੀਂ ਐਸਾ ਜਿਹੜਾ ਕਵੇ ਵੀ ਇਹਦੇ ਅਰਥ ਇੱਥੇ ਹੀ ਨੇ, ਇਸ ਤੋਂ ਅੱਗੇ ਨਹੀਂ ਹੋ ਸਕਦੇ, ਨਹੀਂ ਅੰਤ ਪਾਇਆ ਜਾ ਸਕਦਾ। ਗੁਰੂ ਵੀ ਬਹੁਤ ਵੱਡਾ ਹੈ, ਤਾਂ ਹੀ ਤੇ ਆਖਿਆ ਸੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਹ ਸਭ ਤੋਂ ਵੱਡਾ ਹੈ, ਕਿੰਨਾ ਵੱਡਾ ਇਹ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਤੇ ਪਰਮੇਸ਼ਵਰ ਨੂੰ ਇੱਕ ਕਰਕੇ ਜਾਣੋ। ਨਾ ਗੁਰੂ ਦਾ ਅੰਤ ਪਾਇਆ ਜਾ ਸਕਦਾ ਹੈ ਤੇ ਨਾ ਪਰਮੇਸ਼ਵਰ ਦਾ ਅੰਤ ਪਾਇਆ ਜਾ ਸਕਦਾ ਹੈ। ਇਸ ਲਈ ਵੱਡਾ ਸਤਿਗੁਰੂ ਹੀ ਸਾਨੂੰ ਇਹ ਕਹਿ ਰਿਹਾ ਹੈ ਕਿ ਉਹ ਬਹੁਤ ਵੱਡਾ ਹੈ। ਸਾਰੇ ਆਖਦੇ ਨੇ, ਪਰ ਕਿੰਨਾ ਵੱਡਾ ਉਹ ਆਪ ਹੀ ਜਾਣਦਾ, ਦੂਜਾ ਕੋਈ ਨਹੀਂ ਜਾਣਦਾ। ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਵਿਸ਼ਾਲ ਹੈ। ਅੱਗੇ ਜਾ ਕੇ ਨਾ ਸੌਦਰ ਦੀ ਪੌੜੀ ਆਏਗੀ ਜਿਹਦੇ ਵਿੱਚ ਉਹ ਪੁੱਛਿਆ ਵੀ ਉਹਦਾ ਦਰ ਕਿੰਨਾ ਵੱਡਾ, ਉਹਦਾ ਘਰ ਕਿੰਨਾ ਵੱਡਾ ਹੈ, ਤੇ ਸਾਰੀ ਗਿਣਤੀਆਂ ਕਰ ਕਰਕੇ ਮਹਾਰਾਜ ਜੀ ਕਹਿੰਦੇ ਮੈਂ ਕਿੱਥੋਂ ਤੱਕ ਦੱਸਾਂ। ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਮੈਂ ਕਿੱਥੋਂ ਤੱਕ ਦੱਸਾਂ। ਹੋਰ ਕੇਤੇ ਗਾਵਣ ਸੇ ਮੈਂ ਚਿਤ ਨ ਆਵਣ, ਨਾਨਕ ਕਿਆ ਵਿਚਾਰੇ। ਮੈਂ ਕਿੱਥੋਂ ਤੱਕ ਵਿਚਾਰ ਕਰਕੇ ਦੱਸਾਂ, ਕਿਉਂਕਿ ਉਹ ਕਿੰਨਾ ਵੱਡਾ ਹੈ, ਉਹਦਾ ਅਖੀਰ ਹੀ ਕੋਈ ਨਹੀਂ ਹੈ, ਉਹਦਾ ਅੰਤ ਹੀ ਕੋਈ ਨਹੀਂ। ਅਗਲੀਆਂ ਪੌੜੀਆਂ ਦੀ ਵਿਚਾਰ ਤੁਸੀਂ ਸਰਵਣ ਕਰੋਗੇ, ਜਿਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਵੱਡਾ ਸਾਹਿਬ ਉੱਚਾ ਤਾਉ ਉੱਚੇ ਉਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ। ਏਵੜ ਜਿੰਨਾ ਵੱਡਾ ਉਹ ਪਰਮੇਸ਼ਵਰ ਹੈ ਨਾ, ਅਕਾਲ ਪੁਰਖ, ਉਹਦੇ ਬਰਾਬਰ ਕੋਈ ਪਹੁੰਚੇਗਾ ਤੇ ਦੱਸੇਗਾ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੇ। ਹੁਣ ਦੇਖੋ ਉਹਦਾ ਸਵਾਲ ਦਾ ਜਵਾਬ ਇੱਥੇ ਹੈ, ਜਦੋਂ ਇਹ ਗੱਲ ਆਏਗੀ ਤੇ ਉਹਦਾ ਜਵਾਬ 22ਵੀਂ ਪੌੜੀ ਵਿੱਚੋਂ ਮਿਲ ਜਾਣਾ। ਬਸ ਜਪਜੀ ਸਾਹਿਬ ਦੀ ਬਾਣੀ ਨੂੰ ਸਮਝ ਕੇ ਚੱਲਣ ਦੀ ਲੋੜ ਹੈ। ਅਸੀਂ ਸਮਝੇ ਘੱਟ ਸੀ ਤੇ ਅਸੀਂ ਚੱਲੇ ਜ਼ਿਆਦਾ ਸੀ। ਅਸੀਂ ਨਾ ਰਫ਼ਤਾਰ ਜ਼ਿਆਦਾ ਪਕੜ ਲਈ, ਕਿਉਂਕਿ ਸਾਡੇ ਵਿੱਚ ਉਤਾਵਲਾਪਨ ਜ਼ਿਆਦਾ ਹੈ ਨਾ, ਕਾਹਲਾਪਨ ਜ਼ਿਆਦਾ ਹੈ। ਅਸੀਂ ਰੁਕਣਾ ਨਹੀਂ ਚਾਹੁੰਦੇ। ਅਸੀਂ ਰੁਕ ਕੇ ਸਮਝ ਕੇ ਚੱਲਣਾ। ਰਹਾਉ ਕਿਉਂ ਦਿੱਤਾ ਸੀ ਸਾਨੂੰ ਗੁਰਬਾਣੀ ਵਿੱਚ? ਰੁਕਣ ਵਾਸਤੇ ਦਿੱਤਾ ਸੀ, ਵੀ ਰੁਕ ਕੇ ਠਹਿਰ ਕੇ ਸਮਝ ਕੇ ਅੱਗੇ ਚੱਲ।
ਤੈਨੂੰ ਸਮਝ ਆ ਜਾਏਗੀ। ਹੁਣ ਰਸਤੇ ਵਿੱਚ ਲਿਖਿਆ ਹੋਇਆ ਸੀ ਠਹਿਰੋ, ਅੱਗੇ ਰਸਤਾ ਖਰਾਬ ਹੈ। ਮੈਂ ਕਾਹਲੀ ਨਾਲ ਲੰਘ ਗਿਆ, ਅੱਗੇ ਜਾ ਕੇ ਦੁਰਘਟਨਾ ਹੋ ਗਈ। ਜਦੋਂ ਦੁਰਘਟਨਾ ਹੋਈ ਤੇ ਕੋਲ ਇੱਕ ਸੱਜਣ ਕਹਿੰਦਾ ਸੀ ਬੋਰਡ ਨਹੀਂ ਪੜਿਆ, ਉੱਥੇ ਲਿਖਿਆ ਸੀ ਠਹਿਰੋ, ਅੱਗੇ ਰਸਤੇ ਦਾ ਕੰਮ ਚੱਲ ਰਿਹਾ ਹੈ। ਕਹਿੰਦਾ ਮੈਂ ਧਿਆਨ ਨਹੀਂ ਦਿੱਤਾ, ਕਾਹਲੀ ਨਾਲ ਅੱਗੇ ਲੰਘ ਗਿਆ ਤੇ ਕਾਹਲੀ ਅੱਗੇ ਟੋਏ, ਕਾਹਲੀ ਨਾਲ ਅੱਗੇ ਲੰਘ ਗਿਆ ਤੇ ਦੁਰਘਟਨਾ ਹੋ ਗਈ। ਬਸ ਅਸੀਂ ਵੀ ਗੁਰਬਾਣੀ ਵਿੱਚ ਕਾਹਲੀ ਨਾਲ ਹੀ ਲੰਘ ਜਾਂਦੇ ਹਾਂ। ਆ ਸਾਡੀ ਤੇ ਦੌੜ ਲੱਗੀ ਹੁੰਦੀ ਹੈ। ਬੰਦਾ ਕਹਿੰਦਾ ਮੈਂ ਤੇ 5 ਮਿੰਟਾਂ 'ਚ ਪਾਠ ਕਰ ਲੈਣਾ, ਉਹ ਕਹਿੰਦਾ ਤੇਰੇ 5 ਮਿੰਟ ਵੀ ਜ਼ਿਆਦਾ ਨੇ, ਮੈਂ ਤੇ 4 ਮਿੰਟ 'ਚ ਨਿਬੇੜ ਲੈਣਾ। ਗੱਲ ਨਿਬੇੜਨ ਦੀ ਨਹੀਂ ਸੀ। ਜਿਹੜੀ ਗੱਲ ਨੂੰ ਅਸੀਂ ਸਮਝਣਾ ਸੀ ਉੱਥੇ ਅਸੀਂ ਨਿਬੇੜਿਆ। ਪਿਛਲੇ ਦਿਨੀ ਇੱਕ ਸਾਂਝ ਪਾਈ ਸੀ ਤੁਹਾਡੇ ਨਾਲ ਕਿ ਅਸੀਂ ਗੁਰੂ ਰਾਮਦਾਸ ਜੀ ਦੇ 4 ਲਾਵਾਂ ਸੂਹੀ ਰਾਗ ਵਿੱਚ 4 ਲਾਵਾਂ ਦੇ ਉਹ ਪਾਠ ਨੂੰ ਸਮਝਣਾ ਸੀ, ਪਰ ਅਸੀਂ ਕਿਹਾ ਵੀ ਛੇਤੀ ਨਿਬੇੜ ਦਿਓ, ਪਤਾ ਹੀ ਨਾ ਲੱਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਬੈਠਾ ਭਾਈ ਸਾਹਿਬ ਨੇ ਪਹਿਲੀ ਲਾਮ ਕਦੋਂ ਪੜ੍ਹ ਦਿੱਤੀ, ਪਤਾ ਹੀ ਨਾ ਲੱਗੇ। ਦੁਬਾਰਾ ਗੁਰੂ ਘਰ ਦੇ ਕੀਰਤਨੀਆਂ ਨੇ ਉਹ ਲਾਮ ਪੜ੍ਹੀ, ਫਿਰ ਵੀ ਪਤਾ ਨਾ ਲੱਗਾ, ਕਿਉਂਕਿ ਅਸੀਂ ਸਮਝਣ ਨਹੀਂ ਸੀ ਆਏ, ਅਸੀਂ ਉੱਥੇ ਕਾਰਜ ਨਿਬੇੜਨ ਲਈ ਆਏ ਸੀ। ਅਸੀਂ ਨਿਬੇੜਨ ਆਏ ਸੀ ਕਿ ਜਿੰਨਾ ਥੋੜੇ ਸਮੇਂ ਵਿੱਚ ਹੋਵੇ ਇਹਨੂੰ ਨਿਬੇੜ ਦਿਓ। ਤੇ ਫਿਰ ਜਦੋਂ ਨਿਬੇੜਿਆ ਤੇ ਪਤਾ ਲੱਗਾ 4 ਦਿਨ ਬਾਅਦ ਰਿਸ਼ਤਾ ਹੀ ਨਿਬੜ ਗਿਆ। ਮਾਫ ਕਰਨਾ, ਇਹ ਹਕੀਕਤ ਹੈ। ਜੇ ਕਿਤੇ ਉਹਨਾਂ ਦੋਵਾਂ ਨੂੰ ਬਿਠਾ ਕੇ ਇੱਥੇ 4 ਲਾਵਾਂ ਦੇ ਅਰਥ ਸਮਝਾਏ ਹੁੰਦੇ ਨਾ ਕਿ ਸਮਝ ਕੇ ਚੱਲਿਓ, ਅੱਜ ਤੋਂ ਤੁਸੀਂ ਦੋਵਾਂ ਨੇ ਗ੍ਰਸਤ ਜੀਵਨ ਵਿੱਚ ਪੈਰ ਰੱਖਣਾ ਤੇ 4 ਲਾਵਾਂ ਵਿੱਚ ਗੁਰੂ ਰਾਮਦਾਸ ਜੀ ਨੇ ਕੀ ਸਮਝਾਇਆ, ਭਾਵੇਂ ਅੱਧਾ ਘੰਟਾ ਵੱਧ ਲੱਗ ਜੇ ਪਰ ਸਮਝ ਕੇ ਜਾਇਓ। ਤੇ ਜਿਹੜਾ ਸਮਝ ਕੇ ਚੱਲਿਆ ਉਹ ਫਿਰ ਠੇਡਾ ਖਾ ਕੇ ਡਿੱਗਦਾ ਨਹੀਂ, ਉਹ ਫਿਰ ਹਰ ਦੁਰਘਟਨਾ ਤੋਂ ਬਚ ਜਾਂਦਾ ਹੈ, ਕਿਉਂਕਿ ਉਹ ਸਮਝ ਕੇ ਚੱਲਿਆ। ਅਸੀਂ ਕਿਹਾ ਵੀ ਨਹੀਂ ਮੈਂ ਤੇ ਇੰਨੇ ਮਿੰਟ, ਮੈਂ ਇੰਨੇ, ਉਹ ਕਾਲੀ ਵਿੱਚ ਪੜ੍ਹ ਕੇ ਪਤਾ ਹੀ ਕੋਈ ਨਹੀਂ ਲੱਗਾ। ਸਾਹਿਬ ਕਹਿੰਦੇ ਨਹੀਂ, ਸਮਝ ਕੇ ਚੱਲ। ਜਦੋਂ ਸਮਝ ਕੇ ਚੱਲੇਗਾ ਤੇ ਫਿਰ ਤੂੰ ਉਹਦਾ ਅੰਤ ਪਾਉਣ ਨੂੰ ਨਹੀਂ ਚੱਲੇਗਾ, ਫਿਰ ਉਸ ਬੇਅੰਤ ਵਿੱਚ ਸਮਾਉਣ ਵਾਸਤੇ ਚੱਲੇਗਾ। ਉਹ ਕਿੰਨਾ ਵੱਡਾ ਹੈ ਇਹ ਦੱਸਿਆ ਹੀ ਨਹੀਂ ਜਾ ਸਕਦਾ, ਕਿਉਂਕਿ ਇੰਨਾ ਵੱਡਾ ਕੋਈ ਹੋਏਗਾ ਤੇ ਦੱਸੇਗਾ, ਇੰਨਾ ਕੋਈ ਵਿਸ਼ਾਲ ਹੋਏਗਾ ਤਾਂ ਹੀ ਉਹ ਦੱਸੇਗਾ ਨਾ। ਉੱਥੇ ਜਾ ਕੇ ਤੇ ਉਹਦੇ ਵਿੱਚ ਸਮਾ ਜਾਂਦੇ ਆ, ਤੇ ਸਮਾਨ ਵਾਲਾ ਇੰਨਾ ਵੱਡਾ ਨਹੀਂ ਹੋ ਜਾਂਦਾ ਜਿਹੜਾ ਉਹਦੇ ਬਾਰੇ ਦੱਸ ਸਕੇ। ਸਾਹਿਬ ਕਹਿੰਦੇ ਵੱਡਾ ਸਾਰੇ ਹੀ ਕਹਿ ਰਹੇ ਨੇ, ਪਰ ਅਸਲ ਵਿੱਚ ਸਮਝਣ ਦੀ ਲੋੜ ਹੈ ਕਿ ਵਾਹਿਗੁਰੂ ਜੀ ਤੇਰਾ ਦਰਬਾਰ ਬਹੁਤ ਵੱਡਾ ਹੈ, ਉਹਦੇ ਜਿੰਨਾ ਤੇਰਾ ਦਰਬਾਰ ਵੱਡਾ ਉਨੀਆਂ ਹੀ ਬਖਸ਼ਿਸ਼ਾਂ ਤੇਰੇ ਦਰਬਾਰ ਚੋਂ ਵਰਤਦੀਆਂ ਨੇ, ਪਰ ਕਿੰਨੀਆਂ ਵਰਤਦੀਆਂ ਅਸੀਂ ਤੇ ਇਹ ਵੀ ਨਹੀਂ ਦੱਸ ਸਕਦੇ। ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। हे ਮੇਰੇ ਮਾਲਕ ਤੂੰ ਇੰਨਾ ਉੱਚਾ ਹੈ, ਅਸੀਂ ਤੇਰੇ ਬਰਾਬਰ ਕਿਸੇ ਨੂੰ ਨਹੀਂ ਬਿਠਾ ਸਕਦੇ। ਤੇ ਜੇ ਅਸੀਂ ਇੰਨਾ ਵੱਡਾ ਸਮਝਿਆ ਹੁੰਦਾ ਤੇ ਅਸੀਂ ਕਿਸੇ ਦੇਹਧਾਰੀ ਨੂੰ ਰੱਬ ਬਣਾ ਕੇ ਕਿਵੇਂ ਬਰਾਬਰ ਬਿਠਾ ਦਿੱਤਾ। ਇਹਦਾ ਮਤਲਬ ਸਾਨੂੰ ਉਸ ਰੱਬ ਦੀ ਸਮਝ ਨਹੀਂ ਆਈ, ਨਾ ਸਮਝ ਕਰਕੇ ਇਹਨਾਂ ਨੇ ਸਾਨੂੰ ਉਲਝਾ ਲਿਆ, ਅਸੀਂ ਉਲਝ ਗਏ। ਤੇ ਜਿਹੜਾ ਰੱਬ ਨਜ਼ਰ ਆਇਆ ਸੀ ਉਹਦੇ ਪਤਾ ਲੱਗਾ ਬਾਅਦ ਵਿੱਚ ਸ਼ੈਤਾਨ ਹੀ ਨਿਕਲਿਆ। ਜਿਸ ਰੱਬ ਨੇ ਸਾਨੂੰ ਚੰਗੇ ਗੁਣ ਦੇਣੇ ਸੀ ਉਹ ਤੇ ਆਪ ਅਵਗੁਣਾਂ ਨਾਲ ਲਿਬੜਿਆ ਹੋਇਆ ਨਿਕਲਿਆ। ਜਿਹਨੇ ਸਾਡੇ ਅੰਦਰ ਦੇ ਚਿੱਕੜ ਨੂੰ ਦੂਰ ਕਰਨਾ ਸੀ ਉਹ ਤੇ ਆਪ ਅੰਦਰੋਂ ਚਿੱਕੜ ਨਾਲ ਭਰਿਆ ਨਜ਼ਰ ਆਇਆ। ਬੜਾ ਵੱਡਾ ਧੋਖਾ ਖਾ ਗਏ। ਹੁਣ ਦੂਜਿਆਂ ਨੂੰ ਕਹਿੰਦੇ ਆ ਵੀ ਉਹ ਰੱਬ ਤੇ ਭਰੋਸਾ ਨਾ ਕਰਿਓ, ਕਿਉਂ? ਕਿਉਂਕਿ ਆਪ ਰੱਬ ਦੇ ਨਾਂ ਤੇ ਧੋਖਾ ਖਾ ਚੁੱਕਾ ਹੈ। ਗੁਰਬਾਣੀ ਸਾਨੂੰ ਇਹਨਾਂ ਧੋਖਿਆਂ ਤੋਂ ਬਚਾਉਂਦੀ ਹੈ, ਗੁਰਬਾਣੀ ਸਾਨੂੰ ਇਸ ਭਰਮ ਦੇ ਵਿੱਚੋਂ ਦੀ ਕੱਢਦੀ ਹੈ। ਗੁਰਬਾਣੀ ਵਿੱਚ ਕੀ ਹੈ? ਗਿਆਨ। ਗੁਰੂ ਸਾਹਿਬ ਦਿੰਦੇ ਆ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਪਰ ਉਹ ਗਿਆਨ ਵੀ ਤਾਂ ਹੀ ਲਾਂਗੇ ਜੇ ਸਮਝ ਕੇ ਚੱਲਾਂਗੇ, ਰੁਕ ਕੇ ਚੱਲਾਂਗੇ। ਇਸ ਲਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਵੱਡਾ ਸਾਰੇ ਹੀ ਆਖਦੇ ਪਏ ਨੇ, ਸਾਰੇ ਧਰਮਾਂ ਦੇ ਲੋਕ ਆਖ ਰਹੇ ਨੇ, ਸਾਰੇ ਜਿੰਨੇ ਵੀ ਦੁਨੀਆ ਦੇ ਲੋਕ ਨੇ, ਜਿੰਨੇ ਮੁਲਕ ਨੇ, ਮੁਲਕਾਂ ਵਿੱਚ ਰਹਿਣ ਵਾਲੇ ਨੇ, ਜਿੰਨੀਆਂ ਵੀ ਬੋਲੀਆਂ ਭਾਸ਼ਾਵਾਂ ਨੇ, ਹਰ ਕੋਈ ਆਪਣੀ ਆਪਣੀ ਬੋਲੀ ਵਿੱਚ ਉਹਨੂੰ ਵੱਡਾ 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 ਕਹਿ ਰਿਹਾ ਹੈ। ਪਰ ਉਹ ਕਿੰਨਾ ਵੱਡਾ ਹੈ ਇਹ ਬਿਆਨ ਕੋਈ ਵੀ ਨਹੀਂ ਕਰ ਰਿਹਾ।
ਨਾ ਹੀ ਇਹਨੂੰ ਬਿਆਨ ਕੀਤਾ ਜਾ ਸਕਦਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਾਨਕ, ਇੱਥੇ ਰੁਕਣਾ ਹੈ ਕਿਉਂਕਿ ਨਾਨਕ ਜੀ ਕਹਿ ਰਹੇ ਨੇ ਵੱਡਾ ਆਖੀਐ, ਜਿਹਨੂੰ ਤੁਸੀਂ ਵੱਡਾ ਆਖ ਰਹੇ ਹੋ ਉਹ ਕਿੰਨਾ ਵੱਡਾ ਹੈ? ਆਪੇ ਜਾਣੈ ਆਪ, ਉਹ ਆਪਣੇ ਆਪ ਨੂੰ ਆਪ ਜਾਣਦਾ ਹੈ। ਉਹਨੂੰ ਕੋਈ ਦੁਨੀਆ ਦੇ ਵਿੱਚ ਨਹੀਂ ਜਾਣਿਆ ਕਿਸੇ ਨੇ। ਅਸੀਂ ਬਸ ਕੀ ਕਰਨਾ ਹੈ? ਉਹਦੇ ਵਿੱਚ ਲੀਨ ਹੋਣ ਲਈ, ਸਮਾਉਣ ਲਈ ਅਸੀਂ ਜੁਗਤੀ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲੋਂ ਕਿ ਮਹਾਰਾਜ ਜੀ ਜਿਵੇਂ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਏ ਹੈ, ਸਾਡੇ ਤੇ ਕਿਰਪਾ ਕਰੋ। ਅਸੀਂ ਸੰਸਾਰ ਤੋਂ ਨਿਰੰਕਾਰ ਤੱਕ ਚੱਲਣਾ ਚਾਹੁੰਦੇ ਹਾਂ, ਅਸੀਂ ਬ੍ਰਹਿਮੰਡ ਤੋਂ ਬ੍ਰਹਮ ਤੱਕ ਚੱਲਣਾ ਚਾਹੁੰਦੇ ਹਾਂ, ਪਰ ਇਹਦੇ ਲਈ ਸਾਨੂੰ ਜੁਗਤੀ ਚਾਹੀਦੀ ਹੈ ਜਿਹੜੀ ਤੁਹਾਡੇ ਤੋਂ ਬਿਨਾਂ ਸਾਨੂੰ ਸਮਝ ਨਹੀਂ ਆਉਂਦੀ। ਕੌਣ ਦੇਗਾ? ਇਸ ਲਈ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਐਸੇ ਸਮਰੱਥ ਗੁਰੂ ਦੇ ਦਰ ਤੇ ਆ ਕੇ ਅਸੀਂ ਸੱਚੇ ਨਾਮ ਦੀ ਬਖਸ਼ਿਸ਼ ਲੈ ਲਈਏ, ਦਾਤ ਲੈ ਲਈਏ ਤੇ ਉਸ ਨਾਮ ਨੂੰ ਸਹਿਜੇ ਸਹਿਜੇ, ਜਿਹੜਾ ਨਿਤਨੇਮ ਕਰਦੇ ਆ ਨਾ, ਇਹਨੂੰ ਸਹਿਜੇ ਸਹਿਜੇ ਨਿਤ ਦੇ ਨੇਮ ਨੂੰ ਆਪਣੇ ਅੰਦਰ ਦਾ ਅਭਿਆਸ ਬਣਾਓ। ਇਹਦੇ ਵਿੱਚੋਂ ਰਸ ਲੈ ਕੇ ਨਿਰੰਕਾਰ ਤੱਕ ਪਹੁੰਚ ਕੇ ਉਹਦੇ ਵਿੱਚ ਕਿਵੇਂ ਸਮਾਉਣਾ ਹੈ, ਇਹ ਜੁਗਤੀ ਆਪਾਂ ਲੈਣੀ ਹੈ। ਵਿਗਿਆਨ ਬਹੁਤ ਮਿਲ ਰਿਹਾ ਹੈ ਪਰ ਬ੍ਰਹਮ ਗਿਆਨ ਲਈ ਸਾਨੂੰ ਗੁਰਦੁਆਰੇ ਆਉਣਾ ਪਏਗਾ। ਅੱਜ ਇਹੀ ਹੁਕਮ ਦਿੱਤਾ ਨਾ ਸਾਹਿਬ, ਕਹਿੰਦੇ ਭਾਂਡਾ ਜਿਹੜਾ ਧੋਏਗਾ ਅੰਦਰੋਂ ਉਹੀ ਹੱਛਾ ਹੋਏਗਾ। ਬਾਹਰੋਂ ਤੇ ਭਾਂਡੇ ਸਾਰੇ ਹੀ ਧੋ ਲੈਂਦੇ ਆ ਪਰ ਅੰਦਰ ਦਾ ਭਾਂਡਾ ਜਿਹੜਾ ਧੋਏਗਾ ਉਹੀ ਹੱਛਾ ਹੋਏਗਾ। ਪਰ ਉਹ ਕਿਵੇਂ ਹੋਏਗਾ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਤ ਦੁਆਰੇ ਧੋਏ ਹੱਛਾ ਹੋਏ ਸੀ। ਗੁਰੂ ਦੁਆਰੇ ਸੋਝੀ ਲੈਣ ਆਏ ਆਪਾਂ। ਬੱਚਾ ਸਕੂਲ ਵਿੱਚ ਜਾਂਦਾ ਵਿਗਿਆਨ ਦੀ ਸਿੱਖਿਆ ਲੈਣ ਲਈ, ਆਪਾਂ ਇਹ ਸਕੂਲ ਆਏ ਹਾਂ ਬ੍ਰਹਮ ਦੀ ਸਿੱਖਿਆ ਲੈਣ ਲਈ, ਤਾਂ ਕਿ ਸਾਨੂੰ ਬ੍ਰਹਮ ਦੀ ਸਮਝ ਆਵੇ ਤੇ ਉਹਦੇ ਵਿੱਚ ਸਮਾ ਜਾਈਏ। ਉਹਨੂੰ ਸਮਝਣ ਲਈ ਨਾਮ ਦੀ ਬਖਸ਼ਿਸ਼ ਜ਼ਰੂਰੀ ਹੈ ਤੇ ਨਾਮ ਦੀ ਬਖਸ਼ਿਸ਼ ਲਈ ਸਾਨੂੰ ਮੰਗਣਾ ਪਏਗਾ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਇਹ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਸਭ ਵੱਡਾ ਵੱਡਾ ਕਹਿ ਰਹੇ ਨੇ, ਪਰ ਤੁਸੀਂ ਕਿੰਨੇ ਵੱਡੇ ਹੋ ਇਹ ਆਪ ਹੀ ਤੁਸੀਂ ਜਾਣਦੇ ਹੋ। ਇਸ ਲਈ ਅਸੀਂ ਤਾਂ ਸਿਰਫ ਤੁਹਾਡੇ ਦਰ ਤੇ ਆਏ ਹਾਂ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ ਦੇ ਨਾਮ ਸੰਤੋਖੀਆ। ਉਤਰੇ ਮਨ ਕੀ ਭੁੱਖ, ਇਹ ਵਿਕਾਰਾਂ ਵਾਲੀ ਭੁੱਖ ਸਾਡੇ ਅੰਦਰੋਂ ਮਿਟ ਜਾਏ ਤੇ ਤੁਹਾਡੇ ਨਾਮ ਦੀ ਭੁੱਖ ਲੱਗ ਜਾਏ, ਜਿਹਦੇ ਨਾਲ ਅਸੀਂ ਇਹ ਨਾਮ ਦਾ ਰਸ ਲੈਂਦਿਆਂ ਲੈਂਦਿਆਂ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣਾ ਸਕੀਏ। ਆਪ ਵੀ ਜੁੜੋ, ਜਿੰਨਾ ਹੋ ਸਕਦਾ ਹੈ ਹੋਰਾਂ ਨੂੰ ਵੀ ਗੁਰਬਾਣੀ ਸ਼ਬਦ ਗੁਰੂ ਦੇ ਨਾਲ ਜੋੜੋ। ਬਾਣੀ ਬਾਣੀ ਦੇ ਧਾਰਨੀ ਨਿਤਨੇਮੀ ਬਣੋ, ਤਾਂ ਕਿ ਇਹ ਜੀਵਨ ਵਿੱਚ ਖੁਸ਼ੀਆਂ, ਬਰਕਤਾਂ ਤੇ ਵਿਕਾਸ ਵਾਲਾ ਜਿਹੜੀ ਇਹ ਅਵਸਥਾ ਸਾਡੀ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮੇਰ ਦਾ ਹੱਥ ਰੱਖਣ।
ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾ ਲਈਏ ਜੀ। ਲਿਖਾ ਹੋਏ ਤਾਂ ਲਿਖੀਐ, ਲਿਖ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।